ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹ ਗੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੁਰਮੁਖ ਆਸਤ ਸਿੱਧੀ ਸਤਿਗੁਰੀ, ਗੁਰਮੁਖ ਭਗ ਜਲ ਤਰੀਐ ਸਤ ਸੁਖੀ। ਗੁਰਮੁਖ ਸਰ ਅਪਸਰ ਇਕ ਜਾਣੈ, ਗੁਰਮੁਖ ਪਰ ਬਿਰਤ ਨਰ ਬਿਰਤ ਪਛਾਣੈ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਵਿਚਾਰੇ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਅੰਦਰ ਬਹੁਤ ਵੱਡਾ ਉਪਦੇਸ਼ ਸਾਨੂੰ ਸੰਸਾਰੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਡੇ ਭਲੇ ਵਾਸਤੇ, ਸਾਡੀ ਕਲਿਆਣ ਵਾਸਤੇ, ਸੰਸਾਰ ਦੀ ਕਲਿਆਣ ਵਾਸਤੇ। ਜਦੋਂ ਅੰਮ੍ਰਿਤ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਧਰਮ ਦਾ ਜ਼ਿਕਰ ਕਰਦੇ ਹਨ, ਦੀਨ ਦਾ ਜ਼ਿਕਰ ਕਰਦੇ ਹਨ, ਤਾਂ ਸਤਿਗੁਰੂ ਜੀ ਕਹਿੰਦੇ ਵੀ ਇੱਕ ਉਹ ਲੋਕ ਹਨ ਜੋ ਆਪਣਾ ਜੀਵਨ ਧਰਮ ਦੇ ਵਿੱਚ ਜਿਉਂਦੇ, ਧਰਮ ਦੇ ਨਿਯਮਾਂ ਨੂੰ ਧਾਰਨ ਕਰਦੇ, ਧਰਮ ਦੀ ਮਾਣ ਮਰਿਆਦਾ ਨੂੰ ਧਾਰਨ ਕਰਦੇ, ਜੋ ਧਰਮ ਵਾਸਤੇ ਆਪਣਾ ਤਨ ਮਨ ਧਨ ਸਭ ਕੁਝ ਕੁਰਬਾਨ ਕਰਨਾ ਪਵੇ ਤੇ ਕੁਰਬਾਨ ਵੀ ਕਰ ਦਿੰਦੇ। ਧਰਮ ਪ੍ਰਾਪਤ ਕਰਦੇ, ਉਹਨਾਂ ਨੂੰ ਧਰਮੀ ਆਖਿਆ ਜਾਂਦਾ। ਧਰਮੀ ਯੋਧੇ, ਧਰਮੀ ਉਹ ਲੋਕ ਹਨ ਜਿਨ੍ਹਾਂ ਨੇ ਧਰਮ ਨੂੰ ਤਨ ਨਾਲੋਂ ਵੀ ਜ਼ਿਆਦਾ ਪਿਆਰ ਕੀਤਾ। ਤਨ ਕਰਕੇ ਧਰਮ ਧਾਰਨ ਕੀਤਾ ਜਾਂਦਾ ਹੈ, ਪਰ ਧਰਮ ਦੇ ਨਾਲ ਆਪਣੇ ਸਰੀਰ ਨਾਲੋਂ ਵੀ ਵੱਧ ਕੇ ਪ੍ਰੇਮ ਕੀਤਾ ਕਿ ਜੇ ਧਰਮ ਦੇ ਵਾਸਤੇ ਤਨ ਵੀ ਛੱਡਣਾ ਪਵੇ ਤੇ ਤਨ ਵੀ ਛੱਡ ਦੇਣਾ। ਔਰ ਇਹ ਪੂਰਨੇ ਪਾਏ ਗੁਰੂ ਸਾਹਿਬ ਜੀ ਨੇ ਆਪ, ਤੇ ਇਹਨਾਂ ਪੂਰਨਿਆਂ ਤੇ ਚੱਲੇ ਗੁਰੂ ਕੇ ਸਿੱਖ ਧਰਮੀ ਲੋਕ। ਕੱਲ ਗੁਰੂ ਕੇ ਪੰਥ ਨੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ, 416ਵਾਂ। ਤੇ 416 ਸਾਲ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਧਰਮ ਦੇ ਵਿੱਚ ਦ੍ਰਿੜ ਰਹਿੰਦਿਆਂ, ਧਰਮ ਨੂੰ ਨਿਭਾਉਂਦਿਆਂ ਮਹਾਰਾਜ ਸਾਹਿਬ ਜੀ ਨੇ ਤੱਤੀ ਲੋਹ ਤੇ ਬੈਠਣਾ ਪ੍ਰਵਾਨਤਾ ਕਰ ਲਿਆ। ਸੀਸ ਵਿੱਚ ਤੱਤਾ ਰੇਤਾ ਤਾਂ ਪਵਾ ਲਿਆ, ਉਬਲਦੀ ਦੇਗ ਵਿੱਚ ਤਾਂ ਬੈਠ ਗਏ, ਪਰ ਜਿਹੜੇ ਅਧਰਮੀ ਲੋਕ ਸੀ, ਜ਼ਬਰ ਕਰਨ ਵਾਲੇ, ਜ਼ੁਲਮ ਕਰਨ ਵਾਲੇ ਲੋਕ ਸੀ, ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਗੱਲਾਂ ਨਹੀਂ ਮੰਨੀਆਂ। ਧਰਮ ਨਾਲ ਪ੍ਰੇਮ ਕਰਕੇ ਆਪਣਾ ਸਰੀਰ ਤਾਂ ਤਿਆਗਿਆ ਜਾ ਸਕਦਾ ਹੈ, ਧਰਮ ਤੋਂ ਆਪਣਾ ਤਨ ਕੁਰਬਾਨ ਕੀਤਾ ਜਾ ਸਕਦਾ, ਧਨ ਕੁਰਬਾਨ ਕੀਤਾ ਜਾ ਸਕਦਾ, ਸਭ ਕੁਝ ਕੁਰਬਾਨ ਕੀਤਾ ਜਾ ਸਕਦਾ, ਘਰ ਘਾਟ ਕੁਰਬਾਨ ਕੀਤਾ ਜਾ ਸਕਦਾ, ਪਰਿਵਾਰ ਕੁਰਬਾਨ ਕੀਤਾ ਜਾ ਸਕਦਾ ਹੈ, ਪਰ ਧਰਮ ਨਹੀਂ ਤਿਆਗਿਆ ਜਾ ਸਕਦਾ। ਇਹ ਸੰਸਾਰ ਵਾਸਤੇ ਗੁਰੂ ਸਾਹਿਬਾਂ ਨੇ ਆਪ ਪੂਰਨੇ ਪਾਏ।
ਵੀ ਧਰਮ ਨੂੰ ਕਿਵੇਂ ਨਿਭਾਉਣਾ ਹੈ, ਧਰਮ ਦੇ ਕਿਵੇਂ ਧਾਰਨੀ ਹੋਣਾ ਹੈ, ਧਰਮ ਨਾਲ ਕਿਵੇਂ ਪ੍ਰੇਮ ਕਰਨਾ ਹੈ। ਧਰਮ ਤੇ ਚੱਲਦਿਆਂ ਹੋਇਆਂ ਜੇ ਆਪਣਾ ਘਰ ਵੀ ਛੱਡਣਾ ਪਵੇ ਤਾਂ ਘਰ ਵੀ ਛੱਡਿਆ ਜਾ ਸਕਦਾ, ਜੇ ਪਰਿਵਾਰ ਛੱਡਣਾ ਪਵੇ ਤੇ ਪਰਿਵਾਰ ਵੀ ਛੱਡਿਆ ਜਾ ਸਕਦਾ। ਇਹ ਧਰਮੀ ਲੋਕਾਂ ਦੀ ਗੱਲ ਆ। ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਤਾ ਜੀ ਕੁਰਬਾਨ ਕੀਤੇ ਹਨ, ਆਪਣੇ ਪੁੱਤਰ ਕੁਰਬਾਨ ਕੀਤੇ, ਆਪਣੇ ਮਾਤਾ ਜੀ ਕੁਰਬਾਨ ਕੀਤੇ, ਸਰਬੰਸੀ ਕੁਰਬਾਨ ਕੀਤਾ। ਇਹ ਧਰਮੀਆਂ ਦੀ ਗੱਲ ਹੈ। ਫਿਰ ਉਹਨਾਂ ਵਾਸਤੇ ਆਖਿਆ ਸਾਧ ਸੰਗਤ ਜੀ ਕਿ ਉਹਨਾਂ ਨੇ ਧਰਮ ਦੇ ਨਾਲ ਪਿਆਰ ਕੀਤਾ। ਭਗਤ ਕਬੀਰ ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਦੀਨ ਨਾਮ ਧਰਮ ਦਾ ਹੈ। ਸੂਰਮਾ ਉਹ ਹੈ ਜੋ ਧਰਮ ਦੇ ਵਾਸਤੇ ਲੜਦਾ ਹੈ। ਧਰਮ ਨਹੀਂ ਤਿਆਗਦਾ, ਸਰੀਰ ਭਾਵੇਂ ਤਿਆਗਣਾ ਪਵੇ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਤੇ ਦੀਨ ਦਾ ਅਰਥ ਦੂਸਰਾ ਮਹਾਂਪੁਰਖਾਂ ਨੇ ਕੀਤਾ ਹੈ। ਪਹਿਲਾਂ ਤਾਂ ਦੀਨ ਧਰਮ, ਦੂਸਰਾ ਕੀਤਾ ਹੈ ਦੀਨ ਦੁਖੀ, ਦੀਨ ਗਰੀਬ ਮਜਲੂਮ, ਜੋ ਗਰੀਬਾਂ ਦੁਖੀਆਂ ਦਰਦਮੰਦਾਂ ਮਜਲੂਮਾਂ ਦੀ ਰਾਖੀ ਵਾਸਤੇ ਲੜਦਾ। ਗੁਰੂ ਸਾਹਿਬਾਂ ਨੇ ਸਾਧ ਸੰਗਤ ਜੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਯੁੱਧ ਜਬਰ ਜ਼ੁਲਮ ਦੇ ਖਿਲਾਫ ਲੜੇ, ਦਸਮ ਪਾਤਸ਼ਾਹ ਜੀ ਨੇ ਜੋ ਚੜ ਕੇ ਆਉਂਦੇ ਰਹੇ ਜ਼ਾਲਮ ਉਹਨਾਂ ਨਾਲ ਜੰਗ ਯੁੱਧ ਕੀਤੇ, ਤਾਂ ਉਹ ਗਰੀਬਾਂ ਮਜਲੂਮਾਂ ਤੇ ਦੁਖੀਆਂ ਦੀ ਰੱਖਿਆ ਸਹਾਇਤਾ ਵਾਸਤੇ ਕੀਤੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤਿੰਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਗਰੀਬਾਂ ਦੁਖੀਆਂ ਦਰਦਮੰਦਾਂ ਦੀ ਰੱਖਿਆ ਵਾਸਤੇ ਕੀਤੀ। ਇੱਕ ਤਾਂ ਉਹ ਹਨ ਜਿਹੜੇ ਮਹਾਰਾਜ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕਰਕੇ, ਭਾਵੇਂ ਉਹਨਾਂ ਨੂੰ ਸ਼ਾਂਤ ਰਸ ਵਿੱਚ ਰਹਿ ਕਰਕੇ ਸ਼ਹੀਦੀ ਪਾਉਣੀ ਪਈ ਤੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਭਾਵੇਂ ਵੀਰ ਰਸ ਦੇ ਵਿੱਚ ਸ਼ਸਤਰਧਾਰੀ ਹੋ ਕਰਕੇ ਜੂਝਣਾ ਪਿਆ ਤੇ ਸ਼ਸਤਰਧਾਰੀ ਹੋ ਕਰਕੇ ਜੂਝੇ। ਉਹਨਾਂ ਨੂੰ ਫਿਰ ਸੂਰਮੇ ਆਖਿਆ ਹੈ, ਉਹਨਾਂ ਨੂੰ ਫਿਰ ਧਰਮੀ ਆਖਿਆ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਫਿਰ ਉਹਨਾਂ ਦਾ ਧਰਮ ਨਾਲ ਇੰਨਾ ਪਿਆਰ ਹੈ ਕਿ ਉਹ ਪੁਰਜਾ ਤੇ ਕੱਟੇ ਜਾ ਸਕਦੇ, ਟੁਕੜਾ ਟੁਕੜਾ ਤੇ ਉਹਨਾਂ ਦਾ ਸਰੀਰ ਦਾ ਹੋ ਸਕਦਾ ਹੈ। ਉਹ ਧਰਮ ਨਹੀਂ ਛੱਡਦੇ ਤੇ ਖੇਤ ਜੰਗ ਦਾ ਮੈਦਾਨ ਨਹੀਂ ਛੱਡ ਕੇ ਭੱਜਦੇ ਨਹੀਂ ਹਨ। ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਐਸੇ ਉਹ ਧਰਮੀ ਹੁੰਦੇ। ਤੇ ਮਹਾਰਾਜ ਸਾਹਿਬ ਨੇ ਆਖਿਆ ਦੂਸਰੇ ਉਹ ਲੋਕ ਵਾ ਜਿਨ੍ਹਾਂ ਵਾਸਤੇ ਧਰਮ ਕੋਈ ਮਾਇਨੇ ਨਹੀਂ ਰੱਖਦਾ। ਉਹਨਾਂ ਨੇ ਤਨ ਨੂੰ ਹੀ ਬਹੁਤਾ ਪ੍ਰੇਮ ਕੀਤਾ ਹੈ, ਧਨ ਨੂੰ ਬਹੁਤਾ ਪ੍ਰੇਮ ਕੀਤਾ ਹੈ। ਜੇ ਸਰੀਰ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਧਰਮ ਵੀ ਤਿਆਗਣਾ ਪਵੇ ਤੇ ਉਹ ਧਰਮ ਤਿਆਗ ਦਿੰਦੇ। ਜੇ ਸਿੱਖੀ ਤਿਆਗਣੀ ਪਵੇ ਸਿੱਖੀ ਤਿਆਗ ਦਿੰਦੇ। ਆਪਣੇ ਆਪ ਨੂੰ ਬਚਾਉਣ ਵਾਸਤੇ ਜੇ ਗੁਰਧਾਮਾਂ ਦੇ ਉੱਤੇ ਵੀ ਉਹਨਾਂ ਨੂੰ ਕਹਿਰ ਢਵਾਉਣਾ ਪਵੇ ਤੇ ਉਹ ਇਹ ਕੁਝ ਵੀ ਕਰਨ ਤੋਂ ਪਛਾਣ ਨਹੀਂ ਹਟਦੇ। ਉਹਨਾਂ ਦਾ ਸਰੀਰ ਦੇ ਨਾਲ ਹੀ ਪ੍ਰੇਮ। ਉਹ ਤਨ ਵਾਸਤੇ ਧਨ ਵਾਸਤੇ ਤੇ ਸੰਸਾਰੀ ਅਹੁਦੇ ਲੈਣ ਵਾਸਤੇ ਉਹਨਾਂ ਨੂੰ ਜੇ ਧਰਮ ਵੀ ਤਿਆਗਣਾ ਪਵੇ, ਇੱਕ ਪਾਸੇ ਕਰਨਾ ਪਵੇ ਤੇ ਧਰਮ ਨੂੰ ਉਹ ਪਾਸੇ ਕਰ ਦਿੰਦੇ। ਬਸ ਉਹਨਾਂ ਨੂੰ ਤੇ ਧਨ ਚਾਹੀਦਾ ਹੈ, ਅਹੁਦਾ ਚਾਹੀਦਾ ਹੈ ਤੇ ਤਨ ਚਾਹੀਦਾ ਹੈ। ਫਿਰ ਉਹਨਾਂ ਨੂੰ ਆਖਿਆ ਵੀ ਐਸੇ ਲੋਕ ਜਿਹੜੇ ਆ ਉਹ ਦੁਨੀਆ ਦੇ ਨਾਲ ਪ੍ਰੇਮ ਰੱਖਦੇ ਆ, ਦੀਨ ਨਾਲ ਨਹੀਂ ਪ੍ਰੇਮ ਰੱਖਦੇ।
ਉਹ ਮਾਇਆ ਨਾਲ ਪ੍ਰੇਮ ਰੱਖਣ ਵਾਲੇ ਲੋਕ ਵਾ, ਧਰਮ ਨਾਲ ਪ੍ਰੇਮ ਰੱਖਣ ਵਾਲੇ ਲੋਕ ਨਹੀਂ। ਇਹ ਦੂਜੀ ਤਰ੍ਹਾਂ ਦੇ ਲੋਕ ਹਨ। ਤੇ ਐਸੇ ਲੋਕਾਂ ਨੇ ਜਿਨ੍ਹਾਂ ਨੇ ਦੁਨੀਆ ਦੇ ਵਾਸਤੇ ਦੀਨ ਤਿਆਗ ਦਿੱਤਾ। ਭਗਤ ਕਬੀਰ ਸਾਹਿਬ ਜੀ ਦਾ ਹੀ ਵਚਨ ਹੈ। ਉਹ ਕਹਿੰਦੇ ਐਸੇ ਲੋਕਾਂ ਨੇ ਤੇ ਆਪਣੇ ਪੈੜਾਂ ਤੇ ਆਪ ਕੁਹਾੜਾ ਮਾਰਿਆ। ਜਿਵੇਂ ਮਾਰੂ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਧਰਮੀ ਜਿਹੜਾ ਹੈ ਉਹ ਧਰਮ ਦੇ ਵਾਸਤੇ ਆਪਣਾ ਪੁਰਜਾ ਸਰੀਰ ਦਾ ਕਟਾ ਦਿੰਦਾ ਹੈ, ਪਰ ਧਰਮ ਨਹੀਂ ਤਿਆਗਦਾ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਤੇ ਦੂਜੇ ਉਹ ਲੋਕ ਹਨ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹਾਥ। ਅੱਜ ਸਾਧ ਸੰਗਤ ਜੀ 4 ਜੂਨ ਦਾ ਦਿਨ ਹੈ, ਜਿਸ ਮੌਕੇ ਤੇ ਜ਼ਾਲਮ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਗੁਰਧਾਮ, ਇਤਿਹਾਸਕ ਸਥਾਨ ਔਰ ਹੋਰ ਵੱਖ-ਵੱਖ ਸਾਰੇ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਚੜਾ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਅੱਜ 1 ਜੂਨ ਤੋਂ ਲੈ ਕਰਕੇ ਤੇ 6 ਜੂਨ ਤੱਕ ਵਿਸ਼ੇਸ਼ ਕਰਕੇ ਉਹਨਾਂ ਸੂਰਮਿਆਂ ਨੂੰ ਵੀ ਚੇਤੇ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਫਿਰ ਜ਼ਾਲਮ ਸਰਕਾਰ ਦਾ ਜ਼ਾਲਮ ਚੜ੍ਹ ਕੇ ਆਈਆਂ ਹੋਈਆਂ ਗੁਰਧਾਮਾਂ ਨੂੰ ਢਾਉਣ ਵਾਸਤੇ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਈਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਉਹਨਾਂ ਲੋਕਾਂ ਨੂੰ ਲਾਹਣਤਾਂ ਵੀ ਪਾਈਆਂ ਜਾਂਦੀਆਂ ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਕੁਝ ਕੀਤਾ ਕਰਾਇਆ। ਉੱਥੇ ਸੂਰਮਿਆਂ ਨੂੰ ਯਾਦ ਕਰਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਯਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਪੁੱਤਰ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜਰਨਲ ਸ਼ਵੇਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਸੂਰਮਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਹੋਰ ਅਨੇਕਾਂ ਗੁਰੂ ਕੇ ਸਿੰਘ ਜਿਨ੍ਹਾਂ ਨੇ 1 ਜੂਨ ਤੋਂ ਲੈ ਕਰਕੇ ਇਹਨਾਂ ਸਾਰੇ ਦਿਨਾਂ ਦੇ ਵਿੱਚ ਜ਼ਾਲਮ ਸਰਕਾਰ ਦਾ, ਜ਼ਾਲਮ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਜੂਝ ਕਰਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਤੇ ਅਨੇਕਾਂ ਉਹ ਵੀ ਸੰਗਤਾਂ ਸੀ ਜਿਹੜੇ ਗੁਰੂ ਦਰਬਾਰ ਦੇ ਦਰਸ਼ਨ ਕਰਨ ਵਾਸਤੇ 5ਵੇਂ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ। ਛੋਟੇ ਛੋਟੇ ਬੱਚੇ, ਬਜ਼ੁਰਗ, ਮਾਈਆਂ, ਭੈਣਾਂ, ਭਾਈ, ਕਿੰਨੇ ਜਿਹੜੇ ਹਨ, ਜਿਹੜੇ ਸ਼ਰਧਾਲੂ ਸੰਗਤਾਂ ਉਸ ਮੌਕੇ ਦੇ ਉੱਤੇ ਸਾਧ ਸੰਗਤ ਜੀ ਇਹ ਜ਼ਬਰ ਜ਼ੁਲਮ ਦਾ ਸ਼ਿਕਾਰ ਹੋਏ, ਉਹਨਾਂ ਦੀਆਂ ਵੀ ਉੱਥੇ ਸ਼ਹਾਦਤਾਂ ਹੋਈਆਂ। ਇਹ ਘੱਲੂਘਾਰਾ ਵਾਪਰਿਆ ਤੇ ਘੱਲੂਘਾਰੇ ਦਾ ਅਰਥ ਹੈ ਸਾਧ ਸੰਗਤ ਜੀ ਸਰਵਨਾਸ਼। ਘੱਲੂਘਾਰੇ ਦਾ ਅਰਥ ਲਿਖਿਆ ਗ੍ਰੰਥਾਂ ਦੇ ਵਿੱਚ ਤਬਾਹੀ। ਇਹ ਕੌਮ ਨੂੰ ਖਤਮ ਕਰਨ ਵਾਸਤੇ, ਸਿੱਖਾਂ ਨੂੰ ਖਤਮ ਕਰਨ ਵਾਸਤੇ ਜ਼ਾਲਮ ਸਰਕਾਰਾਂ ਨੇ ਜਿਵੇਂ ਸਮੇਂ-ਸਮੇਂ ਤੇ ਪਿੱਛੇ ਘੱਲੂਘਾਰੇ ਵਰਤਾਏ, ਇਸੇ ਤਰ੍ਹਾਂ ਇਹ ਜੂਨ 84 ਦਾ ਘੱਲੂਘਾਰਾ ਸਾਧ ਸੰਗਤ ਜੀ ਇਹ ਵਰਤਾਇਆ ਗਿਆ। ਸਾਰੇ ਪੰਜਾਬ ਦੇ ਵਿੱਚ ਹੀ ਕਿੰਨੀਆਂ ਸ਼ਹਾਦਤਾਂ ਹੋਈਆਂ, ਪਰ ਵਿਸ਼ੇਸ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ 37 ਗੁਰਧਾਮਾਂ ਤੇ ਉਸ ਮੌਕੇ ਤੇ ਅਨੇਕਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪਰ ਰਹਿੰਦੀ ਦੁਨੀਆ ਤੱਕ ਜਿਹੜੇ ਸੂਰਬੀਰ ਬਹਾਦਰ ਵਾ, ਹੱਕ ਸੱਚ ਵਾਸਤੇ, ਧਰਮ ਵਾਸਤੇ, ਨੇਕੀ ਵਾਸਤੇ, ਪਰਉਪਕਾਰ ਵਾਸਤੇ, ਆਪਣੇ ਹੱਕਾਂ ਵਾਸਤੇ ਜੂਝਦੇ, ਉਹਨਾਂ ਨੂੰ ਸਦਾ ਹੀ ਨਮਸਕਾਰਾਂ ਕੀਤੀਆਂ ਜਾਂਦੀਆਂ, ਯਾਦ ਕੀਤਾ ਜਾਂਦਾ ਹੈ। ਤੇ ਜਿਹੜੇ ਜ਼ੁਲਮ ਕਰਨ ਵਾਲੇ ਹਨ ਤੇ ਗਦਾਰੀਆਂ ਕਰਨ ਵਾਲੇ ਹਨ, ਉਹਨਾਂ ਨੂੰ ਰਹਿੰਦੀ ਦੁਨੀਆ ਤੀਕ ਲਾਹਣਤਾਂ ਪੈਂਦੀਆਂ ਰਹਿੰਦੀਆਂ। ਗੁਰਬਾਣੀ ਦੇ ਅੰਦਰ ਦੋਵੇਂ ਪ੍ਰਕਾਰ ਦੇ ਬਚਨ ਆਉਂਦੇ ਆ ਸਾਧ ਸੰਗਤ। ਤੋਂ ਨਾਲ ਆਪਾਂ ਵਿਚਾਰ ਸਾਂਝੀ ਕਰਾਂਗੇ ਲੜੀਵਾਰ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧ ਗੋਸ਼ਟ ਬਾਣੀ ਦੇ ਦੁਆਰਾ 941 ਅੰਗ ਤੇ
ਅੱਜ 31ਵੀਂ ਪੌੜੀ ਤੋਂ ਸਤਿਗੁਰੂ ਜੀ ਆਰੰਭਤਾ ਕਰ ਰਹੇ। ਸਿੱਧਾਂ ਨੇ ਗੁਰਮੁਖਾਂ ਦੀ ਅਵਸਥਾ ਪੁੱਛੀ ਕਿ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਗੁਰਮੁਖਾਂ ਦੀ ਅਵਸਥਾ ਕੈਸੀ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਇਹ ਪਿਛਲੀਆਂ ਪੌੜੀਆਂ ਤੋਂ ਐਸਾ ਹੀ ਪ੍ਰਕਰਨ ਚੱਲਿਆ ਆ ਰਿਹਾ ਹੈ। ਮਹਾਰਾਜ ਸਾਹਿਬ ਜੀ ਗੁਰਮੁਖ ਦਾ ਜੀਵਨ ਦੱਸਦੇ ਹਨ। 31ਵੀਂ ਪੌੜੀ ਆਰੰਭ ਹੁੰਦੀ ਹੈ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਿੱਧੋ ਗੁਰਮੁਖ ਜੋ ਗੁਰੂ ਸਾਹਿਬ ਜੀ ਕੀ ਆਗਿਆ ਵਿੱਚ ਚੱਲਣ ਵਾਲਾ ਹੈ, ਗੁਰੂ का ਦਿੱਤਾ ਹੋਇਆ ਉਪਦੇਸ਼ ਉਸ ਦੇ ਧਾਰਨੀ ਹੋ ਕਰਕੇ ਨਾਮ ਜਪਦਾ ਇਸ਼ਨਾਨ ਕਰਦਾ ਹੈ। ਗੁਰਮੁਖ ਨਾਮਦਾਨ ਇਸ਼ਨਾਨ ਗੁਰੂ ਕੇ ਉਪਦੇਸ਼ ਦਾ ਧਾਰਨੀ ਹੈ, ਜਿਸ ਦਾ ਹਿਰਦਾ ਗੁਰੂ ਸਾਹਿਬ ਜੀ ਦੇ ਸਨਮੁਖ ਹੈ, ਜੋ ਤਨ ਮਨ ਕਰਕੇ ਗੁਰੂ ਸਾਹਿਬ ਜੀ ਦੇ ਸਨਮੁਖ ਰਹਿੰਦਾ ਹੈ, ਗੁਰੂ ਕੀ ਆਗਿਆ ਵਿੱਚ ਚੱਲਦਾ ਹੈ, ਗੁਰੂ ਕੇ ਭਾਣੇ ਵਿੱਚ ਚੱਲਦਾ ਹੈ। ਉਸ ਗੁਰਮੁਖ ਨੂੰ ਅਸ਼ਟ ਸਿੱਧੀ ਸਭ ਬੁੱਧੀ 18 ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਭ ਪ੍ਰਕਾਰ ਦੀ ਬੁੱਧੀ ਉਸ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਸਾਰੀਆਂ ਬੁੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਗੁਰਮੁਖ। ਬੁੱਧੀ ਨਾਮ ਸਾਧ ਸੰਗਤ ਜੀ ਸਿਆਣਪ ਦਾ ਹੈ, ਬੁੱਧੀ ਨਾਮ ਅਕਲ ਦਾ ਹੈ, ਬੁੱਧੀ ਨਾਮ ਮਤ ਦਾ ਹੈ। ਗੁਰਮੁਖ ਨੂੰ ਸਾਰੀ ਮਤ ਪ੍ਰਾਪਤ ਹੋ ਜਾਂਦੀ ਹੈ, ਗੁਰਮੁਖ ਨੂੰ ਸਾਰਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸ੍ਰੇਸ਼ਟ ਗਿਆਨ। ਤੇ ਗੁਰਮੁਖਾਂ ਨੂੰ 18 ਸਿੱਧੀਆਂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਨਾਮ ਜਪਦਿਆਂ ਸੁਤੇ ਸਿੱਧੀ। ਇਹ ਸਿੱਧੋ ਜੋਗੀ ਲੋਕ ਤਾਂ ਇਹ ਹੱਠ ਜੋਗ ਕਰਕੇ ਸਖਤ ਤਪ ਕਰਕੇ ਤੇ ਫਿਰ ਇਹ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਆ। ਪਰ ਜੋ ਗੁਰਮੁਖ ਹੈ ਉਹ ਸਹਿਜ ਅਵਸਥਾ ਵਿੱਚ ਹੀ ਸਹਿਜੇ ਸਹਿਜੇ ਨਾਮ ਜਪਦਿਆਂ ਹੀ ਉਸ ਨੂੰ ਸਿੱਧੀਆਂ ਪ੍ਰਾਪਤ ਹੋ ਜਾਂਦੇ। ਇਹ ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ, ਪਰ ਗੁਰਮੁਖ ਦੀ ਸੁਰਤ ਗੁਰੂ ਕੇ ਉਪਦੇਸ਼ ਦੇ ਨਾਲ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਵੀ ਅੱਗੇ ਚਲੇ ਜਾਂਦੀ ਹੈ। ਉਹ ਇਹਨਾਂ ਰਿੱਧੀਆਂ ਸਿੱਧੀਆਂ ਦੇ ਮੋਹ ਤੋਂ ਵੀ ਉੱਪਰ ਉੱਠ ਜਾਂਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜਿਵੇਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਨੰਦੇੜ ਦੀ ਧਰਤੀ ਤੇ ਪਹੁੰਚ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਪੰਜਾਂ ਪਿਆਰਿਆਂ ਦੁਆਰਾ, ਤੇ ਨਾਮ ਰੱਖਿਆ ਸੀ ਭਾਈ ਗੁਰਬਖਸ਼ ਸਿੰਘ। ਬਾਬਾ ਜੀ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕਰਕੇ ਬੇਨਤੀ ਕੀਤੀ ਸੀ। ਜਦੋਂ ਪਹਿਲਾ ਮਿਲਾਪ ਹੋਇਆ ਸੀ ਸਤਿਗੁਰੂ ਜਦੋਂ ਮਾਧੋ ਦਾਸ ਬੈਰਾਗੀ ਦੇ ਰੂਪ ਦੇ ਵਿੱਚ ਜਦੋਂ ਉੱਥੇ ਰਹਿ ਰਹੇ ਸੀਗੇ ਬੰਦਾ ਸਿੰਘ ਬਹਾਦਰ, ਪਲੰਗੇ ਤੇ ਜਾ ਕੇ ਮਹਾਰਾਜ ਬੈਠੇ ਸੀ ਨਾ, ਪਹਿਲਾਂ ਤੇ ਆਪਣੇ ਵੀਰਾਂ ਨੂੰ ਭੇਜਿਆ, ਕਿਉਂਕਿ ਤਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਸੀ, ਵੀ ਪਲੰਗਾ ਉਲਟਾ ਦਿਓ। ਪਰ ਦਸਮ ਪਾਤਸ਼ਾਹ ਉੱਤੇ ਬੈਠੇ ਹੋਏ ਪਲੰਗਾ ਕਿਵੇਂ ਉਲਟੇ? ਪਲੰਗਾ ਹਿੱਲਿਆ ਹੀ ਨਹੀਂ। ਪੂਰਾ ਯਤਨ ਲਾਇਆ, ਮੰਤਰ ਪੜ੍ਹੇ, ਪਲੰਗਾ ਉਲਟਾ ਨਾ ਸਕਿਆ। ਫਿਰ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੋਇਆ, ਮਹਾਰਾਜ ਦੇ ਚਰਨਾਂ ਦੇ ਵਿੱਚ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੀਆਂ ਭੁੱਲਾਂ ਦੀ ਮਾਫੀ ਦਿਓ, ਜੋ ਮੈਂ ਇਹ ਵਧੀਕੀਆਂ ਕੀਤੀਆਂ। ਵੀਰ ਭੇਜੇ, ਆਪ ਮੰਤਰ ਪੜ੍ਹ ਕੇ ਪਲੰਗਾ ਉਲਟਾਉਣ ਦਾ ਯਤਨ ਕੀਤਾ। ਸਤਿਗੁਰਾਂ ਨੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ, ਵੀ ਮੈਂ ਆਪ ਜੀ ਦਾ ਸੇਵਕ ਹਾਂ, ਮੈਂ ਆਪ ਜੀ ਦਾ ਗੁਲਾਮ ਹਾਂ। ਲੰਮੀ ਚੌੜੀ ਵਿਚਾਰ ਹੋਈ, ਫਿਰ ਸਤਿਗੁਰੂ ਜੀ ਦਾ ਸੇਵਕ ਬਣਿਆ। ਗਰੀਬ ਨਵਾਜ ਸਾਹਿਬ ਜੀ ਨੇ ਫਿਰ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, 5 ਕਕਾਰੀ ਬਾਣਾ ਪਹਿਨਾ ਕੇ
ਤਿਆਰ ਬਰ ਤਿਆਰ ਕਰਕੇ ਭਾਈ ਗੁਰਬਖਸ਼ ਸਿੰਘ ਨਾਮ ਰੱਖਿਆ ਤੇ 5 ਤੀਰ ਬਖਸ਼ਿਸ਼ ਕੀਤੇ। 5 ਸਿੰਘ ਨਾਲ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ। ਭਾਈ ਬਾਜ ਸਿੰਘ, ਬਾਬਾ ਵਿਨੋਦ ਸਿੰਘ ਜੀ, ਬਾਬਾ ਕਾਹਨ ਸਿੰਘ ਆਦਿਕ, ਕਿ ਇਹਨਾਂ 5 ਸਿੰਘਾਂ ਦੇ ਤਾਬਿਆ ਰਹਿਣਾ, ਖਾਲਸੇ ਦੇ ਬਚਨ ਦੇ ਵਿੱਚ ਰਹਿਣਾ, ਤੇ ਅਸੀਂ ਖਾਲਸੇ ਦਾ ਜਰਨੈਲ ਥਾਪ ਕੇ ਤੈਨੂੰ ਭੇਜਦੇ ਹਾਂ, ਤੇ ਇਹਨਾਂ ਜ਼ਾਲਮਾਂ ਨੂੰ ਜਾ ਕੇ ਸੋਧਾ ਲਾਉਣਾ। ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਸਿੰਘਾਂ ਦੇ ਤਾਬਿਆ ਗੁਰੂ ਕੀ ਆਗਿਆ ਵਿੱਚ ਬਾਬਾ ਜੀ ਆਏ ਤਾਂ ਉਹਨਾਂ ਨੇ ਜਪ ਤਪ ਪਹਿਲਾਂ ਵੀ ਕੀਤਾ ਸੀ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੋਈ ਤੇ ਆ ਕਰਕੇ ਸਾਧ ਸੰਗਤ ਜੀ ਐਸਾ ਖੰਡਾ ਖੜਕਾਇਆ ਕਿ ਸਮਾਣਾ, ਸਢੌਰਾ ਤੇ ਸਰਹੰਦ, ਇਹ ਜਿੱਥੇ ਜਿੱਥੇ ਦੁਸ਼ਟ ਲੋਕ ਵਸਦੇ ਸੀ ਉਹਨਾਂ ਨੂੰ ਸੋਧਾ ਲਾਇਆ। ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸੋਧਿਆ। ਸਰਹੰਦ ਨੂੰ ਮਲੀਆ ਮੇਟ ਕੀਤਾ, ਹਲ ਵਾਏ, ਔਰ ਸਰਹੰਦ ਨੂੰ ਢਾਹ ਕੇ ਇੱਟ ਨਾਲ ਇੱਟ ਖੜਕਾ ਕੇ ਫਿਰ ਸ੍ਰੀ ਫਤਿਹਗੜ੍ਹ ਸਾਹਿਬ ਦੀ ਰਚਨਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ। ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਾਲਮ ਲੋਕ ਐਸੇ ਭੈ ਭੀਤ ਹੁੰਦੇ ਸੀ, ਉਹ ਕਹਿੰਦੇ ਸੀ ਵੀ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਐਸੀਆਂ ਸ਼ਕਤੀਆਂ, ਇਹ ਤਾਂ ਉੱਡ ਜਾਂਦਾ ਹੈ, ਉੱਡ ਜਾਂਦਾ। ਇੰਨਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਨਾਂ ਸੁਣ ਕੇ ਹੀ ਜਰਵਾਣੇ ਕੰਬਦੇ ਸੀ। ਪਤਾ ਲੱਗਦਾ ਸੀ ਵੀ ਇਧਰਲੇ ਇਲਾਕੇ 'ਚ ਆ ਗਿਆ ਬੰਦਾ ਸਿੰਘ, ਆ ਗਿਆ ਬੰਦਾ ਸਿੰਘ, ਆ ਗਿਆ। ਮਹਾਰਾਜ ਨੇ ਜਿਹੜੇ 5 ਤੀਰ ਬਖਸ਼ਿਸ਼ ਕੀਤੇ ਸੀ ਨਾ, ਬਚਨ ਕੀਤਾ ਸੀ, ਜਿੱਥੇ ਔਕੜ ਬਣੇ, ਜਿੱਥੇ ਮੁਸ਼ਕਲ ਦਾ ਸਮਾਂ ਬਣੇ, ਉਥੇ ਤੀਰ ਚਲਾਉਣਾ ਨਹੀਂ, ਬਸ ਤੀਰ ਕਮਾਨ ਦੇ ਵਿੱਚ ਰੱਖ ਕਰਕੇ ਤੇ ਤੰਦੀ ਨੂੰ ਖਿੱਚਣਾ ਹੀ ਆ, ਉਧਰਲੇ ਪਾਸੇ ਨਿਗਾਹ ਕਰਕੇ ਜਿਹੜਾ ਮੋਰਚਾ ਅੜ ਜਾਵੇ। ਉਹ 5 ਤੀਰ ਜਿਹੜੇ ਬਾਬਾ ਜੀ ਨੇ ਆਪਣੇ ਪਾਸ ਰੱਖੇ, ਜਿਸ ਵੇਲੇ ਜ਼ਿਆਦਾ ਕਿਤੇ ਜੰਗ ਜੁੱਧ ਅੜ ਖਲੋਂਦਾ ਸੀ ਨਾ, ਕੋਈ ਕਿਲਾ ਫਤਿਹ ਨਹੀਂ ਸੀ ਹੁੰਦਾ ਸੀ, ਕੋਈ ਫੌਜ ਜਿਸ ਵੇਲੇ ਜਿੱਤੀ ਨਹੀਂ ਸੀ ਜਾਂਦੀ, ਫਿਰ ਬਾਬਾ ਜੀ ਉਧਰ ਨੂੰ ਨਿਗਾਹ ਭਰ ਕੇ ਵੇਖਦੇ ਸੀ ਤੇ ਉਹ ਤੀਰ ਤੰਦੀ ਤੇ ਚਾੜ ਕੇ ਦਸਮ ਪਾਤਸ਼ਾਹ ਨੂੰ ਯਾਦ ਕਰਦੇ ਸੀ। ਤੇ ਕਲਗੀਧਰ ਪਾਤਸ਼ਾਹ ਨੇ ਉੱਥੋਂ ਤੋਰਨ ਲੱਗਿਆ ਆਖਿਆ ਸੀ ਵੀ ਇਹ ਤੀਰਾਂ ਦੀ ਤਾਕਤ ਐਸੀ ਆ, ਜਿਹੜੇ 5 ਤੀਰ ਤੈਨੂੰ ਦੇਣ ਲੱਗੇ ਆ, ਇਹ 5 ਤੀਰ ਨਾ ਸਮਝੀ, ਇਹਨਾਂ 5 ਤੀਰਾਂ ਦੇ ਦੁਆਰਾ ਤੈਨੂੰ ਸ਼ਹੀਦਾਂ ਦੀਆਂ ਫੌਜਾਂ ਦੇਣ ਲੱਗੇ ਆ, ਤੈਨੂੰ ਅਕਾਲੀ ਫੌਜਾਂ ਦੇਣ ਲੱਗੇ ਆ। ਤੇ ਆਖਿਆ ਸੀ ਨਦੇੜ ਤੋਂ ਤੋਰਨ ਲੱਗਿਆ, ਕਹਿਣ ਲੱਗੇ ਨੇਤਰ ਮੀਟ ਕਰਕੇ ਵੇਖ ਲਾ ਇਕਰਾਂ। ਨੇਤਰ ਮੀਟੇ ਸੀ, ਵੇਖਿਆ ਸੀ, ਤੇ ਉਸ ਵੇਲੇ ਆਕਾਸ਼ੀ ਫੌਜਾਂ ਵੇਖੀਆਂ ਸੀ, ਨੀਲਿਆਂ ਬਾਣਿਆਂ ਵਾਲੀਆਂ, ਪੀਲਿਆਂ ਬਾਣਿਆਂ ਵਾਲੀਆਂ, ਸੋਹਣੇ ਦਸਤਾਰੇ ਹੱਥਾਂ ਦੇ ਵਿੱਚ, ਨੇਜੇ ਫੜੇ ਹੋਏ, ਬਰਸ਼ੇ ਫੜੇ ਹੋਏ, ਅਨੇਕ ਪ੍ਰਕਾਰ ਦੇ ਸ਼ਸਤਰ ਧਾਰੇ, ਉਹ ਸ਼ਹੀਦੀ ਫੌਜਾਂ ਦੇ ਦਰਸ਼ਨ ਕਰਵਾਏ ਸੀ ਮਹਾਰਾਜ। ਆਖਿਆ ਜਿਸ ਵੇਲੇ ਤੀਰ ਚੜਾਇਆ ਕਰੇਗਾ ਤੇ ਗਾਇਬੀ ਫੌਜਾਂ ਆ ਜਾਇਆ ਕਰਨਗੀਆਂ ਉਸੇ ਮੌਕੇ ਤੇ ਬਾਬਾ ਜੀ ਦੀ ਫਤਿਹ ਹੁੰਦੀ ਰਹੀ। ਸਾਧ ਸੰਗਤ ਐਸਾ ਇਹ ਗੁਰਮੁਖਾਂ ਨੂੰ ਗੁਰੂ ਕੀ ਕਿਰਪਾ ਦੇ ਨਾਲ ਰਿੱਧੀਆਂ ਸਿੱਧੀਆਂ ਸੁਤੇ ਸਿੱਧੀ ਪ੍ਰਾਪਤ ਹੋ ਜਾਂਦੀਆਂ। ਦਸਮ ਪਾਤਸ਼ਾਹ ਦੇ ਬਚਨ ਹੋਏ, ਮਿਹਰ ਦੀ ਦ੍ਰਿਸ਼ਟੀ ਹੋਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਏਡੀ ਵੱਡੀ ਤਾਕਤ ਮਿਲੀ। ਸਾਧ ਸੰਗਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ, ਜੋ ਹਰ ਹਿਰਦੈ ਸਦਾ ਵਸਾਏ। ਜੋ ਵਾਹਿਗੁਰੂ ਨੂੰ ਹਿਰਦੇ ਵਿੱਚ ਵਸਾਉਂਦਾ ਹੈ, ਸ਼ਬਦ ਨਾਲ ਸੁਰਤ ਜੋੜਦਾ ਹੈ, ਗੁਰੂ ਕੇ ਉਪਦੇਸ਼ ਦਾ ਧਾਰਨੀ ਹੁੰਦਾ ਹੈ, ਗੁਰੂ ਕੀ ਦਸੀ ਰਹਿਤ ਮਰਿਆਦਾ ਵਿੱਚ ਰਹਿੰਦਾ ਹੈ। ਮਹਾਰਾਜ ਕਹਿੰਦੇ 9 ਨਿਧੀਆਂ 18 ਸਿੱਧੀਆਂ ਤੇ ਉਹਦੇ ਪਿੱਛੇ ਲੱਗੀਆਂ ਫਿਰਦੀਆਂ, ਪਰ ਉਹ ਰਿੱਧੀਆਂ ਸਿੱਧੀਆਂ ਦੇ ਵਿੱਚ ਫਸਦਾ ਨਹੀਂ ਹੈ। ਉਹ ਰਿੱਧੀਆਂ ਸਿੱਧੀਆਂ ਨਾਲੋਂ ਵੱਡਾ ਨਾਮ ਨੂੰ ਜਾਣਦਾ ਹੈ ਕਿ ਨਾਮ ਦੀ ਬਰਕਤ ਨਾਲ ਰਿੱਧੀਆਂ ਸਿੱਧੀਆਂ ਤੇ ਪਿੱਛੇ ਤੁਰੀਆਂ ਫਿਰਦੀਆਂ, ਰਿੱਧੀਆਂ ਸਿੱਧੀਆਂ ਦੇ ਮੋਹ ਵਿੱਚ ਫਸ ਕੇ ਕਈ ਵਾਰੀ ਨਾਮ ਵੀ ਭੁੱਲ ਜਾਂਦਾ, ਪਰ ਗੁਰਮੁਖ ਨਾਮ ਨੂੰ ਨਹੀਂ ਭੁਲਾਉਂਦਾ, ਨਾਮ ਨੂੰ ਨਹੀਂ ਵਿਸਾਰਦਾ। ਉਹ ਜਾਣਦਾ ਹੈ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਰਿੱਧੀਆਂ ਸਿੱਧੀਆਂ ਮੋਹ ਪੈਦਾ ਕਰ ਦਿੰਦੀਆਂ ਤੇ ਫਿਰ ਨਾਮ ਤੋਂ ਭੁੱਲ ਜਾਈਦਾ ਹੈ। ਉਹ ਰਿੱਧੀਆਂ ਸਿੱਧੀਆਂ ਉਹਦੇ ਪਿੱਛੇ ਤੁਰੀਆਂ ਫਿਰਦੀਆਂ, ਪਰ ਉਹ
ਨਾਮ ਦੇ ਨਾਲ ਸੁਰਤ ਜੋੜ ਕੇ ਰੱਖਦਾ ਹੈ ਗੁਰੂ। ਤਾਂ ਮਹਾਰਾਜ ਜਗਤ ਗੁਰੂ ਜੀ ਕਹਿੰਦੇ ਹਨ, ਗੁਰਮੁਖੀ ਅਸ਼ਟ ਸਿੱਧੀ ਸਭ ਬੁੱਧੀ। ਗੁਰਮੁਖਾਂ ਨੂੰ 18 ਸਿੱਧੀਆਂ ਤੇ ਸਭ ਪ੍ਰਕਾਰ ਦੀ ਬੁੱਧੀ, ਬੁੱਧ ਗਿਆਨ, ਸਭ ਪ੍ਰਕਾਰ ਦੀਆਂ ਸਿਆਣਪਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀਆਂ। ਸਭ ਪ੍ਰਕਾਰ ਦਾ ਗਿਆਨ ਗੁਰਮੁਖਾਂ ਨੂੰ ਹਾਸਲ ਹੋ ਜਾਂਦਾ ਹੈ। ਸਾਧ ਸੰਗਤ ਜੀ, ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਸਕੂਲ ਦੀ ਵਿਦਿਆ ਤੇ 5 ਜਮਾਤਾਂ ਹੀ ਪੜ੍ਹੀਆਂ ਸੀ, ਪਰ ਉਹਨਾਂ ਦੇ ਸਾਹਮਣੇ ਵੱਡੇ ਵੱਡੇ ਵਕੀਲ, ਵੱਡੇ ਵੱਡੇ ਪੱਤਰਕਾਰ, ਵੱਡੇ ਵੱਡੇ ਆਪਣੇ ਆਪ ਨੂੰ ਅਕਲ ਵਾਲੇ ਸਮਝਣ ਵਾਲੇ, ਗਿਆਨ ਵਾਲੇ ਸਮਝਣ ਵਾਲੇ ਜਦੋਂ ਆ ਕੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੰਸਾਰੀ ਤੌਰ ਤੇ ਉਹ ਗੱਲ ਕਰਦੇ ਸੀ, ਸਵਾਲ ਕਰਦੇ ਸੀ, ਤੇ ਹਰੇਕ ਸਵਾਲ ਦਾ ਉੱਤਰ ਮਹਾਂਪੁਰਖ ਦਿਆ ਕਰਦੇ ਸੀ। ਉਹਨਾਂ ਦੀਆਂ ਸਾਰੀਆਂ ਇੰਟਰਵਿਊਆਂ ਉਹ ਸਾਹ ਆਪਾਂ ਵੇਖ ਸਕਦੇ ਹਾਂ ਨੈੱਟ ਦੇ ਉੱਤੇ। ਜਿਹੜਾ ਵੀ ਕੋਈ ਸਵਾਲ ਦਿੰਦੇ ਸੀ ਉਹਦਾ ਪੂਰਾ ਦਲੀਲ ਦੇ ਨਾਲ ਮਹਾਂਪੁਰਖ ਉੱਤਰ ਦਿਆ ਕਰਦੇ ਸੀ, ਪੂਰੇ ਚੰਗੀ ਤਰ੍ਹਾਂ ਤਸੱਲੀ ਕਰਾਉਂਦੇ ਸਨ। ਤਾਂ ਸੰਸਾਰੀ ਵਿਦਿਆ ਤੇ 5 ਜਮਾਤਾਂ ਹੀ ਉਹਨਾਂ ਨੇ ਪੜ੍ਹੀ ਸੀ। ਸਾਧ ਸੰਗਤ ਜੀ, ਇੰਨਾ ਗਿਆਨ ਕਿੱਥੋਂ ਹਾਸਲ ਹੋਇਆ? ਇੰਨੀ ਬੁੱਧੀ, ਇੰਨੀ ਸਮਝ ਕਿਸ ਤਰ੍ਹਾਂ ਪ੍ਰਾਪਤ ਹੋਈ? ਉਹ ਗੁਰਮੁਖਤਾ ਹੀ ਵਿੱਚੋਂ ਮਿਲੀ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਗੁਰਮੁਖ ਬਣਾ ਦਿੱਤਾ। ਇੱਥੇ ਮਹਾਰਾਜ ਕਹਿ ਰਹੇ ਨੇ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ, ਗੁਰਮੁਖੀ ਅਸ਼ਟ ਸਿੱਧੀ ਸਭ ਬੁੱਧੀ। ਗੁਰਮੁਖਾਂ ਨੂੰ 18 ਸਿੱਧੀਆਂ ਤੇ ਸਭ ਪ੍ਰਕਾਰ ਦੀ ਬੁੱਧੀ, ਸਾਰਾ ਗਿਆਨ ਉਹਨਾਂ ਨੂੰ ਹਾਸਲ ਹੋ ਜਾਂਦਾ, ਕਿਉਂਕਿ ਉਹਨਾਂ ਦਾ ਸੰਬੰਧ ਗਿਆਨ ਦੇ, ਪ੍ਰਕਾਸ਼ ਦੇ, ਸੂਰਜ ਦੇ ਨਾਲ, ਪਰਮੇਸ਼ਰ ਦੇ ਨਾਲ ਸੰਬੰਧ ਬਣ ਜਾਂਦਾ ਗੁਰਮੁਖਾਂ ਦਾ। ਜਿੱਥੋਂ ਸਾਰਾ ਗਿਆਨ ਆਉਂਦਾ, ਜਿੱਥੋਂ ਸਾਰਾ ਕੁਝ ਆਉਂਦਾ ਹੈ ਨਾ, ਉਸ ਵਾਹਿਗੁਰੂ ਦੇ ਨਾਲ ਗੁਰਮੁਖਾਂ ਦੀ ਸੁਰਤ ਜੁੜ ਜਾਂਦੀ। ਬਾਬਾ ਜੀ ਦੇ ਜੀਵਨ ਦੇ ਬਚਨ ਹਨ ਬਚਪਨ ਤੋਂ ਹੀ। ਸੰਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ 2 ਜੂਨ ਨੂੰ ਮਹਾਂਪੁਰਖਾਂ ਦਾ ਜਨਮ ਸੀ, ਜਨਮ ਦਿਹਾੜਾ ਗੁਰੂ ਕੇ ਪੰਥ ਨੇ ਉਸ ਸਥਾਨ ਤੇ ਮਨਾਇਆ। 1947 2 ਜੂਨ ਰੋਡੇ ਪਿੰਡ ਵਿੱਚ ਮਾਲਵੇ ਦੀ ਧਰਤੀ ਤੇ ਮਹਾਂਪੁਰਖਾਂ ਦਾ ਜਨਮ ਹੋਇਆ। ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਸਤਿਕਾਰਯੋਗ ਮਾਤਾ ਨਿਹਾਲ ਕੌਰ ਜੀ ਦੇ ਘਰ ਵਿੱਚ। ਤੇ ਏਡੇ ਮਹਾਂਪੁਰਖ, ਬੰਦਗੀ ਵਾਲੇ, ਸੂਰਬੀਰ, ਬਹਾਦਰ, ਉਹਨਾਂ ਦਾ ਸੰਸਾਰ ਦੇ ਵਿੱਚ ਪੈਦਾ ਹੋਣਾ, ਮਾਤਾ ਪਿਤਾ ਦੀ ਵੀ ਕਈਆਂ ਜਨਮਾਂ ਦੀ ਬੰਦਗੀ ਹੁੰਦੀ ਹੈ। ਸਾਧ ਸੰਗਤ, ਉਹ ਮਾਤਾ ਵੀ ਕੋਈ ਸਧਾਰਨ ਮਾਤਾ ਨਹੀਂ, ਉਹ ਪਿਤਾ ਵੀ ਕੋਈ ਸਧਾਰਨ ਪਿਤਾ ਨਹੀਂ। ਕਈਆਂ ਜਨਮਾਂ ਦੀ ਬਚਪਨ ਦੇ ਬਚਨ ਆ ਮਹਾਂਪੁਰਖਾਂ ਦੇ ਕਿ ਜਿਸ ਵੇਲੇ ਛੋਟੇ ਜਿਹੇ ਸੀ ਨਾ, ਤੇ ਖੇਡ ਦੇ ਵਿੱਚ ਖੇਡਦੇ ਰਹਿਣਾ। ਤਾਂ ਕਹਿੰਦੇ ਵੀ ਪਿਤਾ ਜੀ ਨੇ ਸਤਿਕਾਰਯੋਗ ਸਰਦਾਰ ਜੋਗਿੰਦਰ ਸਿੰਘ ਜੀ, ਉਹਨਾਂ ਨੇ ਕਹਿਣਾ ਵੀ ਭਾਈ ਜਰਨੈਲ ਸਿੰਘਾ, ਤੂੰ ਬੱਚਿਆਂ ਦੇ ਨਾਲ ਖੇਡਦਾ ਰਹਿਣਾ ਹੈ ਤੇ ਗੁਰਬਾਣੀ ਪੜ੍ਹਿਆ ਕਰ। ਫਿਰ ਨਗਰ ਦੇ ਵਿੱਚ ਹੀ ਕੋਈ ਮਹਾਂਪੁਰਖ ਸਨ, ਬਹੁਤ ਸਿਮਰਨ ਭਜਨ ਵਾਲੇ, ਸਾਦਗੀ ਦਾ ਜੀਵਨ ਬਤੀਤ ਕਰਨ ਵਾਲੇ, ਜੋ ਇਤਿਹਾਸ ਦੀ ਕਥਾ ਵੀ ਕਰਿਆ ਕਰਦੇ ਸਨ। ਤੇ ਦਮਦਮੀ ਟਕਸਾਲ ਦੇ 12ਵੇਂ ਮਹਾਂਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਵੀ ਉਸ ਰੋਡੇ ਨਗਰ ਵਾਲੇ ਮਹਾਂਪੁਰਖਾਂ ਦੇ ਨਾਲ ਬੜਾ ਪ੍ਰੇਮ ਸੀ, ਜੋ ਇਤਿਹਾਸ ਦੀ ਕਥਾ ਕਰਦੇ ਸੀ ਉਹ ਮਹਾਂਪੁਰਖ। ਕਹਿੰਦੇ ਫਿਰ ਸੰਤਾਂ ਦੇ ਪਿਤਾ ਜੀ ਨੇ ਬਾਬਾ ਜੀ ਨੂੰ ਨਾਲ ਲੈ ਕਰਕੇ ਨਾ ਛੋਟੀ ਉਮਰੇ ਤੇ ਉਹਨਾਂ ਮਹਾਂਪੁਰਖਾਂ ਕੋਲੇ ਜਾ ਬੇਨਤੀ ਕੀਤੀ ਵੀ ਇਹ ਭਾਈ ਜਰਨੈਲ ਸਿੰਘ ਜੀ ਨੂੰ, ਮੇਰੇ ਭਜੰਗੀ ਨੂੰ 5 ਬਾਣੀਆਂ ਦੀ ਸੰਥਿਆ ਕਰਾ ਦਿਓ। ਤੇ ਉਹ ਮਹਾਂਪੁਰਖ ਕਹਿਣ ਲੱਗੇ ਠੀਕ ਆ ਜੀ, ਕਰਾ ਦਿੰਦੇ। ਉਹਨਾਂ ਨੇ ਥੋੜੇ ਦਿਨਾਂ ਵਿੱਚ 5 ਬਾਣੀਆਂ ਦੀ ਸੰਥਿਆ ਕਰਾ ਦਿੱਤੀ। ਤੇ ਪਿਤਾ ਜੀ ਕਹਿਣ ਲੱਗੇ ਭਾਈ ਜਰਨੈਲ ਸਿੰਘਾ, ਹੁਣ ਤੂੰ 5 ਬਾਣੀਆਂ ਦੀ ਸੰਥਿਆ ਤੇਰੀ ਹੋ ਗਈ ਆ, 5 ਬਾਣੀਆਂ ਦਾ ਨਿਤਨੇਮ ਕਰਿਆ ਕਰ। ਦੱਸਦੇ ਆ ਗੁਰਮੁਖ ਪਿਆਰੇ ਕਿ ਫਿਰ 5 ਬਾਣੀਆਂ ਦਾ ਨਿਤਨੇਮ ਕਰਨਾ, ਤੇ 5 ਬਾਣੀਆਂ ਦਾ ਨਿਤਨੇਮ ਕਰਕੇ ਤੇ ਫਿਰ ਖੇਡਣ ਲੱਗ ਪੈਣਾ, ਹਾਣੀਆਂ ਦੇ ਨਾਲ ਖੇਡਣਾ।
फिर कहते पिता जी ने कहना कि भाई तू फिर खेडां दे विच लगा रहना, कहना कि पिता जी 5 बाणियां दा नितनेम करके फिर खेडन लगा। फिर कहते भी कई दिन इस तरह लंघे तो फिर उन्होंने महापुरखों कोले लैके गए कि आखिया भी ये भजंगी जरनैल सिंह नूं तुसीं 5 बाणियां दी संथ्या ते कराई, हुण 5 ग्रंथी दी संथ्या करा दिओ। फिर उन्होंने 5 ग्रंथी दी संथ्या करा दी। ते फिर कहना भी भाई हुण तेरी 5 ग्रंथी दी संथ्या हो गई आ, हुण तू 5 ग्रंथी दा भी नाल बाणी पढ़िया कर। ते 5 बाणियां दे नाल फिर 5 ग्रंथी दा भी नितनेम करना रोज। ते फिर 5 ग्रंथी दे विच जो बाणियां हन साध संगत जी, उहदे विच सिद्ध गोष्ट भी आउंदी है, ये बाणी भी दखणी ओंकार, 52 अखरी, आसा दी वार, सुखमनी साहिब, ये बाणियां। ते फिर 2-2.5 घंटियां दे विच ये नितनेम भी नाल 5 बाणियां दे कर लेना, 5 ग्रंथी दा भी। ते फिर कहंदे इस तरह खेडना। पिता जी ने फिर कहना भी इस तरह भजंगिया तू फिर खेडण विच लगा रही ना। आख्या पिता जी मैं 5 बाणियां भी पढ़ लियां ते 5 ग्रंथी भी पढ़ ली है, ते 5 ग्रंथी पढ़ के हुण मैं खेडण विच लगा। ये बचपन दीयां गल्लां महापुरखां दीयां, बचपन दीयां। फिर कहंदे भी नगर दे विच हर साल महापुरख आके पड़ा करदे सी। संत ज्ञानी गुरबचन सिंह जी खालसा पिंडरां वाले, उन्होंने कई दिन कथा करनी। कथा करदियां उन्होंने कथा दे विच 6वें पातशाह महाराज गुरु हरगोबिंद साहिब जी दे सिख भाई गढ़िया जी दी जीवन कथा सुनाई कि भाई गढ़िया जी सतगुरु हरगोबिंद सिंह महाराज के प्यार वाले सिख, जिन्होंने महाराज साहब जी ने वख-वख इलाके में सिक्खी के प्रचार प्रसार वास्ते भेजा। गुजरात में भी भेजा सी, उत्थे शाह दौला एक फकीर सी, उहदे पास भी भाई गढ़िया जी गए। उन्होंने सुखमनी साहिब की बाणी भी सुनी सी भाई साहब जी के पासों। तो फिर जदों तोरन वास्ते नाल आए सी ना शाह दौला, ते भाई गढ़िया जी का जोड़ा टुटा होया सी। वो रेता दा टिब्बा सी, जदों तुर रहे सी ते जुत्ती टुटी होने करके उहदे नाल रेत डुੱਡ के पिछे कपड़ियां ते पै रही सी, वस्त्रां। वो शाह दौले फकीर ने शंका जिहा भी कीता सी भाई गढ़िए दे उत्ते कि गुरु हरगोबिंद साहिब जी दा होवे सिख ते प्रचार करन वास्ते आया होवे ते पैरी जुत्ती जिहड़ी आ वो टुटी। गुरु साहब ने अपने सिख नूं जोड़ा भी नहीं नवां लैके दिता, टुट्टी जुत्ती पा करके सिख वेखो सिक्खी दा प्रचार करदा फिरदा। इस तरह उन्हें मन विच शंका कीता सी भाई गढ़िया जी दे नाल तुरिया आउंदे। भाई साहब जी दे उत्ते ऐसी गुरु साहब की कृपा सी, शाह दौले फकीर दा मन दा फुरना बुझ लिया कि मेरी टुट्टी हुई जुत्ती नूं वेख करके मेरे गुरु दे उत्ते शक करदा। जे अपनी कल्ली गल हुंदी ते फिर भावें ना कुछ विखाउंदे, फिर उन्होंने विखाया कुछ रिद्धियां सिद्धियां। जिवें इत्थे जिक्र है गुरमुख अष्ट सिद्धि सब बुद्धि, गुरमुखां नूं 18 सिद्धियां सब बुद्धि सब ज्ञान प्राप्त हो जाता। अंदरलियां भी उत्ते गल्लां पढ़ लेंदे। फिर उत्थे ऐसी दृष्टि पाई, वो जिहड़ा रेता दा टिब्बा सी ना वो सोने दा दिसन लग पिया सी शाह दौले। उत्थे जिहड़े रोड़ सी पत्थर दे टिके होए हीरे मोती वो वेखे खिलरे पए, सोना चांदी हीरे मोती विखा दिते। शाह दौले ने आख्या भी सिखा जे इन्नी तेरे विच शक्ति आ ते तू ये जोड़ा टुटा पाया होया पैर, इन्नी समर्था रखदे होए। आख्या साईं जी पीर जी सतगुरु जी दे उत्ते तुसीं शंका कीता सी तां ये कोई तुहानूं विखाया। गुरु साहब ने कोई कसर नहीं छड्डी, अपने सिख नूं सब कुछ दिता है, सारियां बख्शिशां दित्तियां महाराज साहब जी। इस करके ये जिहड़ा टुट्टा जोड़ा पाया ये तो महाराज साहब जी ने आख्या भी वाड़ करनी अपने आप नूं विकारां तो बचाउण वास्ते। जो गरीबी वेस रखना ना
ਇਹ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ, ਔਗਣਾਂ ਤੋਂ ਬਚਾਉਣ ਵਾਸਤੇ, ਜਿਵੇਂ ਫਸਲ ਨੂੰ ਬਚਾਉਣ ਵਾਸਤੇ ਦੁਆਲੇ ਵਾੜ ਕਰੀਦੀ ਹੈ ਨਾ, ਵੀ ਅਵਾਰਾ ਪਸ਼ੂ ਨਾ ਆ ਕੇ ਫਸਲ ਚਰ ਜਾਣ, ਆਪਣੇ ਗੁਣਾਂ ਨੂੰ ਬਚਾਉਣ ਵਾਸਤੇ, ਸ਼ੁਭ ਗੁਣਾਂ ਨੂੰ ਬਚਾਉਣ ਵਾਸਤੇ ਗਰੀਬੀ ਦੀ ਵਾੜ ਕਰਨੀ ਪੈਂਦੀ ਆ। ਰੱਖ ਗਰੀਬੀ ਵੇਸ, ਰੱਖਿਆ ਕਰਨ ਵਾਸਤੇ ਗਰੀਬੀ ਵਾਲਾ ਵੇਸ ਰੱਖਣਾ ਪੈਂਦਾ। ਸ਼ਾਹ ਦੌਲਾ ਚਰਨਾਂ ਤੇ ਢਹਿ ਪਿਆ ਸੀ ਵੀ ਸਿੱਖਾ ਏਡੀ ਵੱਡੀ ਤਾਕਤ ਤੈਨੂੰ ਸਤਿਗੁਰਾਂ ਨੇ ਦਿੱਤੀ। ਇਹ ਜੀਵਨ ਗਾਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਰੋਡੇ ਪਿੰਡ ਵਿੱਚ ਗੁਰਬਾਣੀ ਦੀ ਲੜੀਵਾਰ ਕਥਾ ਕਰਦਿਆਂ ਹੋਇਆਂ, ਜੋ ਮਰਿਆਦਾ ਸੀ ਅੰਮ੍ਰਿਤ ਬਾਣੀ ਦੀ ਕਥਾ ਕਰਦਿਆਂ ਸਿੰਘ ਸਾਰੇ ਪੋਥੀਆਂ ਸਾਹਿਬ ਪ੍ਰਕਾਸ਼ ਕਰਕੇ ਇੱਕ ਇੱਕ ਅੱਖਰ ਦਾ ਅਰਥ ਸਮਝਦੇ ਸੀ ਮਹਾਂਪੁਰਖਾਂ ਤੋਂ। ਇੱਕ ਇੱਕ ਸ਼ਬਦ, ਇੱਕ ਇੱਕ ਪੰਕਤੀ ਦੀ ਵਿਆਖਿਆ ਜਦੋਂ ਮਹਾਂਪੁਰਖਾਂ ਨੇ ਕਰਨੀ ਤੇ ਨਾਲ ਪੋਥੀਆਂ ਪ੍ਰਕਾਸ਼ ਕਰਕੇ ਦਰਸ਼ਨ ਕਰਨੇ ਤੇ ਗੁਰਬਾਣੀ ਦੀ ਕਥਾ ਸਰਵਣ ਕਰਨੀ, ਅਰਥ ਪਕਾਉਣੇ, ਜੋ ਮਰਿਆਦਾ ਸੀ ਦਮਦਮੀ ਟਕਸਾਲ ਦੀ। ਤਾਂ ਉਸ ਮੌਕੇ ਤੇ ਆਪਣੇ ਨਗਰ ਵਿੱਚ ਸੰਤਾਂ ਦੀ ਰਸਨਾ ਤੋਂ ਬਚਪਨ ਵਿੱਚ ਜਦੋਂ ਇਹ ਕਥਾ ਸੁਣੀ ਨਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਬਚਪਨ ਦੇ ਵਿੱਚ ਜਦੋਂ ਮਹਾਂਪੁਰਖਾਂ ਤੋਂ ਇਹ ਕਥਾ ਸੁਣੀ, ਫਿਰ ਮਨ ਦੇ ਵਿੱਚ ਚਾਅ ਉਤਸ਼ਾਹ ਪੈਦਾ ਹੋਇਆ ਵੀ ਪੁਰਾਣੇ ਗੁਰਸਿੱਖਾਂ ਦਾ ਕਿੰਨਾ ਨਿਤਨੇਮ ਤੇ ਕਿੰਨਾ ਉੱਚਾ ਸੁੱਚਾ ਜੀਵਨ ਸੀ, ਕਿੰਨਾ ਸਾਦਗੀ ਦੇ ਵਿੱਚ ਉਹ ਜਿਉਂਦੇ ਸੀ, ਕਿੰਨੀਆਂ ਬਖਸ਼ਿਸ਼ਾਂ ਸੀ ਉਹਨਾਂ ਕੋਲੇ। ਗੁਰਬਾਣੀ ਤੇ ਉਹੀ ਆਏ ਹੁਣ ਵੀ ਅਸੀਂ ਵੀ ਮਿਹਨਤ ਕਰੀਏ, ਅਸੀਂ ਵੀ ਗੁਰਬਾਣੀ ਦਾ ਅਭਿਆਸ ਕਰੀਏ। ਫਿਰ ਕਹਿੰਦੇ ਵੀ ਆਪਣੇ ਪਿਤਾ ਜੀ ਨੂੰ ਜਦੋਂ ਮਹਾਂਪੁਰਖ ਕਥਾ ਕਰਕੇ ਗਏ ਤੇ ਪਿਤਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਮੈਂ ਨਿਤਨੇਮ ਵਧਾਉਣਾ ਚਾਹੁੰਦਾ ਹਾਂ ਤੇ 21 ਜਪਜੀ ਸਾਹਿਬ ਦੇ ਪਾਠ ਰੋਜ਼ ਕਰਨ ਦਾ ਇਰਾਦਾ ਕਿ 21 ਜਪਜੀ ਸਾਹਿਬ ਦੇ ਪਾਠ ਬਾਕੀ ਦੇ ਨਿਤਨੇਮ ਤੋਂ ਬਿਨਾਂ ਮੈਂ ਰੋਜ਼ ਕਰਿਆ ਕਰਾਂ। ਮਹਾਂਪੁਰਖਾਂ ਦੇ ਪਿਤਾ ਜੀ ਨੇ ਆਖਿਆ ਕਿ ਭਾਈ ਜਰਨੈਲ ਸਿੰਘਾ, ਜੇ ਤੇਰੇ ਮਨ ਵਿੱਚ ਇੱਛਾ ਪੈਦਾ ਹੋਈ ਤੇ ਬੜੀ ਚੰਗੀ ਗੱਲ ਹੈ, ਭਾਵਨਾ ਬੜੀ ਚੰਗੀ ਆ, 21 ਜਪਜੀ ਸਾਹਿਬ ਦੇ ਪਾਠ ਰੋਜ਼ ਕਰਾਂ, ਪਰ ਅਰਦਾਸ ਕਰਕੇ ਨਾ ਕਰੀ, ਅਰਦਾਸ ਨਾ ਕਰੀ। ਉਂਝ ਮਨ ਦੇ ਵਿੱਚ ਸੰਕਲਪ ਕਰਕੇ ਤੂੰ ਫੁਰਨਾ ਕਰਕੇ ਤੇ ਜਪਜੀ ਸਾਹਿਬ ਦੇ ਪਾਠ ਕਰਨ ਲੱਗ ਪਾ। ਤੇ ਜੇ ਅਰਦਾਸ ਕਰਕੇ ਕਰੇਗਾ ਤੇ ਤੂੰ ਭਜੰਗੀ ਆ, ਛੋਟਾ ਵਾ, ਤੇ ਐਸਾ ਨਾ ਹੋਵੇ ਵੀ ਤੂੰ ਇਤੋਂ ਪੂਰੇ ਹੋਣ ਨਾ, ਫਿਰ ਅਰਦਾਸ ਕਰਕੇ ਝੂਠਾ ਪਵੇਂਗਾ। ਮਹਾਰਾਜ ਸਾਹਿਬ ਦੇ ਚਰਨਾਂ 'ਚ ਜੇ ਅਰਦਾਸ ਕਰ ਦਿੱਤੀ ਤੇ ਫਿਰ ਪੂਰੇ ਕਰਨੇ ਪੈਣਗੇ। ਇਸ ਕਰਕੇ ਅਰਦਾਸ ਨਾ ਕਰ ਤੂੰ, ਉਂਝ ਫੁਰਨਾ ਬਣਾ ਕੇ ਕਰਨ ਲੱਗ ਪਾ। ਫਿਰ ਕਹਿੰਦੇ ਵੀ ਕਰਨੇ ਸ਼ੁਰੂ ਕਰ ਦਿੱਤੇ, ਅਰਦਾਸ ਨਹੀਂ ਕੀਤੀ ਪਿਤਾ ਜੀ ਤੋਂ ਆਗਿਆ ਲੈ ਕੇ। ਫਿਰ 21 ਜਪਜੀ ਸਾਹਿਬ ਦੇ ਪਾਠ ਰੋਜ਼ ਕਰਨੇ, 5 ਬਾਣੀਆਂ, 5 ਗ੍ਰੰਥੀ ਦਾ ਨਿਤਨੇਮ, 21 ਜਪਜੀ ਸਾਹਿਬ ਦੇ ਪਾਠ ਰੋਜ਼। ਫਿਰ ਹੌਲੀ ਹੌਲੀ ਪਿਤਾ ਜੀ ਨੂੰ ਨਹੀਂ ਦੱਸਿਆ, ਇੱਕ ਇੱਕ ਕਰਕੇ ਵਧਾਉਂਦੇ ਗਏ। 22 ਕਰ ਦਿੱਤੇ, 23 ਕਰ ਦਿੱਤੇ, 24 ਕਰ ਦਿੱਤੇ, 25 ਜਪਜੀ ਸਾਹਿਬ ਰੋਜ਼ ਕਰਿਆ ਕਰਨੇ। ਕਰਦਿਆਂ ਕਰਦਿਆਂ 14 ਸਾਲਾਂ ਦੀ ਉਮਰ ਦੱਸਦੇ ਮਹਾਂਪੁਰਖਾਂ ਦੀ, 14 ਸਾਲਾਂ ਦੀ ਉਮਰ ਸੀ ਤੇ 51 ਜਪਜੀ ਸਾਹਿਬ ਦੇ ਪਾਠ ਰੋਜ਼ ਕਰਿਆ ਕਰਦੇ ਸੀ। 14 ਸਾਲਾਂ ਦੀ ਉਮਰ ਦੇ ਵਿੱਚ 51 ਜਪਜੀ ਸਾਹਿਬ ਦੇ ਪਾਠ। ਫਿਰ ਪਿਤਾ ਜੀ ਨੇ ਇੱਕ ਦਿਨ ਆਖਿਆ ਵੀ ਭਾਈ ਜਰਨੈਲ ਸਿੰਘਾ, ਹੁਣ ਤੂੰ ਕਦੀ ਖੇਡਦਾ ਹੀ ਨਹੀਂਗਾ ਹਾਣੀਆਂ ਦੇ ਨਾਲ, ਬੱਚਿਆਂ ਦੇ ਨਾਲ। ਕਹਿੰਦੇ ਤੇ ਫਿਰ ਦੱਸਿਆ ਪਿਤਾ ਜੀ, ਹੁਣ ਮੈਂ ਬਾਕੀ ਦੇ ਨਿਤਨੇਮ ਦੇ ਨਾਲ ਹੌਲੀ ਹੌਲੀ ਵਧਾਉਂਦਿਆਂ 51 ਜਪਜੀ ਸਾਹਿਬ ਕਰ ਦਿੱਤੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਰੋਜ਼ 51 ਜਪਜੀ ਸਾਹਿਬ ਕਰਦਾ। ਫਿਰ ਜਦੋਂ ਕਹਿੰਦੇ ਵੀ ਅਗਲੇ ਸਾਲ ਮਹਾਂਪੁਰਖਾਂ ਦਾ ਜਥਾ ਆਇਆ ਨਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਆਏ, ਕਥਾ ਕੀਤੀ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ, ਤੇ ਬਾਬਾ ਜੀ ਦੇ ਘਰੇ ਆਏ। ਸੰਤਾਂ ਦੇ ਪਿਤਾ ਜੀ ਨੇ ਸਾਰੇ ਜਥੇ ਦਾ ਲੰਗਰ ਕੀਤਾ ਘਰ ਦੇ ਵਿੱਚ, ਸਰਦਾਰ ਜੋਗਿੰਦਰ ਸਿੰਘ ਜੀ ਨੇ, ਤੇ ਘਰ ਦੇ ਵਿੱਚ ਫਿਰ ਪ੍ਰਸ਼ਾਦਾ ਪਾਣੀ ਸਾਰੇ ਸਿੰਘਾਂ ਨੂੰ, ਟਕਸਾਲ ਦੇ ਸਾਰੇ ਜਥੇ ਨੂੰ ਮਹਾਂਪੁਰਖ ਪਲੰਘਾ ਉਹਨਾਂ ਦਾ ਲਾਇਆ। ਮਹਾਂਪੁਰਖ ਪਲੰਘੇ ਤੇ ਬੈਠੇ ਪ੍ਰਸ਼ਾਦਾ ਛਕਾਇਆ, ਸਾਰੀਆਂ ਸੰਗਤਾਂ ਨੇ, ਸਿੰਘਾਂ ਨੇ ਪ੍ਰਸ਼ਾਦਾ ਛਕਿਆ। ਉਸ ਵੇਲੇ ਸੰਤਾਂ ਦੇ ਪਿਤਾ ਜੀ ਦੇ ਪਾਸੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਪੁੱਛਿਆ ਵੀ ਤੁਹਾਡੇ ਜਿੰਨੇ ਭਜੰਗੀ ਉਹ ਸਾਰੇ ਬੁਲਾ ਕੇ ਲਿਆਓ ਸਾਡੇ ਕੋਲ। ਸਾਰਿਆਂ ਨੂੰ ਬੁਲਾਇਆ, ਬਾਕੀ ਸਾਰੇ ਆ ਗਏ ਤੇ ਸੰਤ ਜਰਨੈਲ ਸਿੰਘ ਜੀ ਉਹ ਲੰਗਰ ਵਰਤਾਉਂਦੇ ਪਏ ਸੀ ਉਸ ਮੌਕੇ ਤੇ। ਕਹਿੰਦੇ ਸਿੰਘਾਂ ਨੂੰ, ਕਹਿੰਦੇ ਇੰਨੇ ਹੀ ਆ ਸਾਰੇ, ਨਿਗਾਹ ਭਰ ਕੇ ਵੇਖਿਆ ਮਹਾਂਪੁਰਖਾਂ ਨੇ। ਕਹਿਣ ਲੱਗੇ ਵੀ ਇੱਕ ਹੋਰ ਵੀ ਆ ਜੀ,
ਆਵਾਜ਼ ਮਾਰੀ, ਭਾਈ ਜਰਨੈਲ ਸਿੰਘਾ ਤੂੰ ਵੀ ਆ, ਬਾਅਦ ਚ ਵਰਤਾਲਵੀਂ ਲੰਗਰ। ਮਹਾਂਪੁਰਖ ਸੱਦਦੇ ਆ, ਉਹ ਵੀ ਆਏ। ਕਹਿਣ ਲੱਗੇ ਵੀ ਇੱਕ ਭੁਜੰਗੀ ਸਾਨੂੰ ਦੇ ਦਿਓ, ਜਥੇ 'ਚ ਭਰਤੀ ਕਰ ਲਈਏ ਟਕਸਾਲ ਦੇ ਵਿੱਚ। ਤੇ ਸੰਤਾਂ ਦੇ ਪਿਤਾ ਜੀ ਨੇ ਆਖਿਆ ਜੀ ਜਿਹੜਾ ਤੁਸੀਂ ਆਖੋ ਉਹੀ ਲੈ ਜਾਓ। ਫਿਰ ਇਹਨਾਂ ਨੂੰ ਆਖਿਆ, ਕਹਿਣ ਲੱਗੇ ਆ ਛੋਟਾ ਭੁਜੰਗੀ ਦੇ ਦਿਓ ਸਾਨੂੰ। ਕੀ ਨਾਂ ਇਹਦਾ? ਦੱਸਿਆ ਜੀ ਜਰਨੈਲ ਸਿੰਘ। ਕਹਿਣ ਲੱਗੇ ਵੀ ਇਹ ਭੁਜੰਗੀ ਦੇ ਦਿਓ, ਇਹਨੂੰ ਜਥੇ 'ਚ ਭਰਤੀ ਕਰ ਦਿਓ। ਕਹਿਣ ਲੱਗੇ ਸਤ ਬਚਨ ਜੀ। ਕਹਿੰਦੇ ਭੁਜੰਗੀ ਆ ਜਾਵੀਂ ਤੂੰ ਜਥੇ ਦੇ ਵਿੱਚ, ਤੈਨੂੰ ਨਾਲ ਲੈ ਜਾਣਾ। ਫਿਰ ਦੱਸਦੇ ਗੁਰਮੁਖ ਪਿਆਰੇ ਕਿ ਮਹਾਂਪੁਰਖ ਜਥਾ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਬਚਨ ਕੀਤਾ ਕਿ ਭੁਜੰਗੀਆ ਤੂੰ ਆ ਜਾਵੀਂ। ਪਿਤਾ ਜੀ ਨੂੰ ਆਖ ਦਿੱਤਾ ਵੀ ਇਹਨਾਂ ਨੂੰ ਜਥੇ ਦੇ ਵਿੱਚ ਛੱਡ ਦਿਓ। ਤੇ ਫਿਰ ਨਾਭਾ ਸਾਹਿਬ ਜਥਾ ਪਹੁੰਚਿਆ ਸੀ। ਸੰਤ ਉੱਥੇ ਕਥਾ ਕਰਨ ਵਾਸਤੇ ਗਏ ਸੀ। ਉੱਥੇ ਵੀ ਮਹੀਨਾ ਰਹਿੰਦੇ ਸੀ ਨਾਭਾ ਸਾਹਿਬ। ਸਤਿਗੁਰੂ ਨਾਮੇ ਪਾਤਸ਼ਾਹ ਜੀ ਦਾ ਸਥਾਨ ਇਧਰ ਸਾਧ ਸੰਗਤ ਜੀ ਮੁਹਾਲੀ ਦੇ ਇਲਾਕੇ ਦੇ ਵਿੱਚ। ਤਾਂ ਉੱਥੇ ਫਿਰ ਬੱਸ ਤੇ ਚੜ੍ਹ ਕੇ ਉੱਥੇ ਜਥੇ ਵਿੱਚ ਪਹੁੰਚੇ, ਸੰਤਾਂ ਦੇ ਪਾਸ ਪਹੁੰਚੇ। ਸੰਤ ਜਰਨੈਲ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਮਿਲੇ। ਉਹਨਾਂ ਆਖਿਆ ਭੁਜੰਗੀਆਂ ਆ ਗਿਆ? ਹਾਂ ਮਹਾਂਪੁਰਖੋ ਆ ਗਿਆ। ਕਹਿਣ ਲੱਗੇ ਗੁਰਬਾਣੀ ਪੜ੍ਹ ਲੈਂਦਾ? ਹਾਂਜੀ ਮੈਂ ਨਿਤਨੇਮ ਦੀ ਸੰਥਿਆ ਕੀਤੀ ਹੈ ਜੀ, ਗੁਰਬਾਣੀ ਦਾ ਨਿਤਨੇਮ ਕਰ ਲੈਂਦਾ ਹਾਂ। ਕਹਿਣ ਲੱਗੇ ਜਪਜੀ ਸਾਹਿਬ ਸੁਣਾ। ਜਪਜੀ ਸਾਹਿਬ ਸਾਰਾ ਸੁਣਾਇਆ। ਤੇ ਮਹਾਂਪੁਰਖ ਕਹਿੰਦੇ ਭੁਜੰਗੀਆ ਤੂੰ ਤਾਂ ਜਪਜੀ ਸਾਹਿਬ ਬੜਾ ਸੁੱਧ ਪੜ੍ਹਿਆ, ਤੂੰ ਸੰਥਿਆ ਕੀਤੀ, ਬਹੁਤ ਸੁੱਧ ਉਚਾਰਨ ਕੀਤਾ ਜਪਜੀ ਸਾਹਿਬ। ਫਿਰ ਕਹਿੰਦੇ ਦੂਸਰੀ ਵਾਰੀ ਫੇਰ ਆਖਿਆ ਮਹਾਂਪੁਰਖਾਂ ਨੇ, ਭੁਜੰਗੀਆ ਭਾਈ ਜਰਨੈਲ ਸਿੰਘਾ ਜਪਜੀ ਸਾਹਿਬ ਦਾ ਪਾਠ ਜਿੰਨਾ ਤੇਜ਼ ਕਰ ਸਕਦਾ ਵਾ ਪੂਰਾ ਤੇਜ਼ ਕਰਕੇ ਸੁਣਾ। ਇਹ ਕਿੰਨਾ ਕੁ ਤੇਜ਼ ਤੇਰੀ ਬਾਣੀ ਪੜ੍ਹਨ ਦੀ ਰਵਾਨੀ। ਕਹਿੰਦੇ ਫਿਰ ਤੇਜ਼ ਕਰਕੇ 3-4 ਮਿੰਟਾਂ ਦੇ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਸੁਣਾ ਦਿੱਤਾ। ਸਤਿ ਸ੍ਰੀ ਅਕਾਲ। 3-4 ਮਿੰਟਾਂ ਦੇ ਵਿੱਚ ਹੀ। ਹਰ ਕੋਈ ਨਹੀਂ 3-4 ਮਿੰਟਾਂ ਵਿੱਚ ਜਪਜੀ ਸਾਹਿਬ ਕਰ ਸਕਦਾ। ਕਿਉਂ 4 ਮਿੰਟਾਂ ਦੇ ਵਿੱਚ ਸੁਣਾ ਦਿੱਤਾ? ਕਿਉਂਕਿ ਰੋਜ਼ ਦਾ ਅਭਿਆਸ ਕਈਆਂ ਸਾਲਾਂ ਦਾ ਇੰਨਾ ਸੀ ਕਿ 51 ਜਪਜੀ ਸਾਹਿਬ ਰੋਜ਼ ਪੜ੍ਹਨੇ, ਇਸ ਕਰਕੇ ਇੰਨਾ ਤੇਜ਼ ਸੀਗਾ। ਪਹਿਲੋਂ ਸੰਥਿਆ ਕਰਕੇ ਗੁਰਬਾਣੀ ਨੂੰ ਪਕਾਇਆ ਸੀ, ਨਿਤਨੇਮ ਰੋਜ਼ ਦਾ ਸੀ, 51 ਪਾਠ ਜੋ ਰੋਜ਼ ਦੇ ਸੀ, ਫਿਰ ਇੰਨਾ ਤੇਜ਼। ਤੇ ਫਿਰ ਕਹਿੰਦੇ ਵੀ ਮਹਾਂਪੁਰਖ ਉੱਥੋਂ ਪਰਾਂ ਸਥਾਨ ਹੈ ਸ੍ਰੀ ਲੋਹਗੜ੍ਹ ਸਾਹਿਬ, ਉੱਥੇ ਇਲਾਕੇ ਦੇ ਵਿੱਚ ਜੀਰਕਪੁਰ ਵਾਲੇ ਇਲਾਕੇ ਦੇ ਵਿੱਚ। ਤਾਂ ਇਹ ਨਾਭਾ ਸਾਹਿਬ ਤੋਂ ਕਹਿੰਦੇ ਪੈਦਲ ਤੁਰ ਕੇ ਜਾਈਏ ਤੇ 35 ਮਿੰਟ ਦਾ ਸਮਾਂ ਲੱਗਦਾ ਉੱਥੋਂ ਦੀ, ਉਸ ਸਥਾਨ ਤੇ ਜਾਂਦੇ ਆ। ਉੱਥੇ ਮਹਾਂਪੁਰਖਾਂ ਨੇ ਜਾਣਾ ਸੀ ਤੇ ਨਾਲ ਤੁਰ ਲਿਆ। ਕਹਿੰਦੇ ਭੁਜੰਗੀਆ ਉੱਥੇ ਜਾਣਾ ਆਪਾਂ ਤੁਰ ਕੇ, ਸਾਰਾ ਜਥਾ ਜਾਣਾ ਸੀ। ਕਹਿੰਦੇ ਵੀ ਹੁਣ ਤੂੰ ਜਿੰਨਾ ਸਹਿਜੇ ਜਪਜੀ ਸਾਹਿਬ ਸੁਣਾ ਸਕਦਾ ਓਨਾ ਸਹਿਜੇ ਸੁਣਾ। ਇੱਥੋਂ ਆਪਾਂ ਉਸ ਸਥਾਨ ਤੀਕ ਪਹੁੰਚਦੇ ਆਂ, ਜਪਜੀ ਸਾਹਿਬ ਪੂਰਾ ਨਹੀਂ ਹੋਣਾ ਚਾਹੀਦਾ ਤੇਰੇ ਤੋਂ, ਸਹਿਜੇ ਸਹਿਜੇ ਸੁਣਾ। ਫਿਰ ਕਹਿੰਦੇ ਵੀ ਸਹਿਜੇ ਸਹਿਜੇ ਸੁਣਾਉਣਾ ਸ਼ੁਰੂ ਕੀਤਾ। ਐ ਵਿਸਰਾਮ ਲਾ ਕੇ ਐ ਸਹਿਜੇ ਸਹਿਜੇ ਟਿਕਾ ਦੇ ਨਾਲ ਤੁਰਦਿਆਂ ਆ 35 ਮਿੰਟਾਂ ਤੋਂ ਵੱਧ ਸਮਾਂ ਲੱਗਾ। ਉੱਥੋਂ ਤੀਕ ਜਾਂਦਿਆਂ ਫਿਰ ਵੀ ਕਹਿੰਦੇ 5 ਪੌੜੀਆਂ ਲੈ ਰਹਿੰਦੀਆਂ ਸੀ, ਕਿਉਂਕਿ ਗੁਰਬਾਣੀ ਨਾਲ ਇੰਨਾ ਪ੍ਰੇਮ, ਇੱਕ ਇੱਕ ਅੱਖਰ ਦੇ ਨਾਲ, ਇੱਕ ਇੱਕ ਪੰਕਤੀ ਦੇ ਨਾਲ। ਵੀ ਜੇ ਤੇਜ਼ ਕਰਨਾ ਪਾਠ ਤੇ ਤੇਜ਼ ਵੀ ਜਿੰਨਾ ਮਰਜ਼ੀ ਕਰ ਸਕੀਦਾ, ਜੇ ਸਹਿਜੇ ਕਰਨਾ ਤੇ ਰੋਕ ਕੇ ਸਹਿਜੇ ਸਹਿਜੇ ਵੀ ਠਹਿਰਾ ਦੇ ਨਾਲ ਵੀ। ਕਹਿੰਦੇ ਉੱਥੋਂ ਤੀਕ ਜਾਂਦਿਆਂ 5 ਪੌੜੀਆਂ ਲੈ ਬਾਕੀ ਰਹਿੰਦੀਆਂ ਸੀ। ਇਹ ਉਹਨਾਂ ਦਾ ਪਹਿਲਾ ਜਿਹੜਾ ਮਿਲਾਪ ਦਮਦਮੀ ਟਕਸਾਲ ਦੇ ਵਿੱਚ ਬਚਪਨ ਦਾ। ਤੇ ਘਰੇ ਰਹਿੰਦਿਆਂ ਵੀ ਜਿਸ ਵੇਲੇ ਉਹ ਅਭਿਆਸ ਕਰਦੇ ਸੀ, ਬਾਬਾ ਜੀ ਦੇ ਜੀਵਨ ਦੇ ਵਿੱਚ ਲਿਖਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਗੁਰਮੁਖ ਪਿਆਰੇ ਦੱਸਦੇ ਹਨ ਕਿ ਜਦੋਂ ਅਭਿਆਸ ਕਰਦੇ ਸੀ ਮੂਲ ਮੰਤਰ ਗੁਰ ਮੰਤਰ ਦਾ, ਜਪਜੀ ਸਾਹਿਬ ਦੇ ਪਾਠਾਂ ਦਾ, ਤੇ ਘਰੇ ਬੈਠੇ ਬੈਠੇ ਵੀ ਕਈ ਵਾਰੀ ਨਾ ਉਹਨਾਂ ਦਾ ਸਰੀਰ ਅਲੋਪ ਹੋ ਜਾਂਦਾ ਸੀ। ਐਸਾ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਈ ਸੀ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਸੀ ਨਾ ਸਾਰੇ ਪਾਸੇ, ਜਿਵੇਂ ਉਹ ਵੀ ਜਰਨੈਲ ਮਹਾਨ, ਇਹ ਵੀ ਮਹਾਂਪੁਰਖ ਜਰਨੈਲ ਮਹਾਨ। ਤੇ ਨਾਮ ਬਾਣੀ ਦਾ ਵੀ ਇੰਨਾ ਅਭਿਆਸ, ਉਦੋਂ ਬਾਅਦ ਤਾਂ ਫਿਰ ਕਿੰਨਾ ਅਭਿਆਸ ਗਾੜੀ ਕੀਤਾ। ਇਹ ਤਾਂ ਬਚਪਨ ਦੀਆਂ ਗੱਲਾਂ। ਫਿਰ ਤਾਂ ਦਮਦਮੀ ਟਕਸਾਲ ਦੇ ਵਿੱਚ ਜਦੋਂ ਭਰਤੀ ਹੋ ਗਏ, ਫਿਰ ਗੁਰਬਾਣੀ ਦੀ ਸੰਥਿਆ ਕੀਤੀ, ਅਰਥ ਪੜ੍ਹੇ, ਫਿਰ ਤਾਂ ਅਭਿਆਸ ਵਧਾਈ ਗਏ। ਤੇ ਉਹਨਾਂ ਮਹਾਂਪੁਰਖਾਂ ਦੇ ਪਿਤਾ ਜੀ ਦਾ ਵੀ ਬੜਾ ਉੱਚਾ ਸੁੱਚਾ ਜੀਵਨ। ਸਤਿਕਾਰਯੋਗ ਗਿਆਨੀ ਜੰਗਬੀਰ ਸਿੰਘ ਜੀ ਦੱਸ ਰਹੇ ਸਨ
कि महापुरखों के पिता जी इतिहास की कथा करते सन बड़े प्यार दे नाल। कहते उन्होंने 18 कथा कीतियां अपने पिंड दे विच श्री गुरप्रताप सूरज ग्रंथ दियां संपूर्ण 18 कथा। ऐसे गुरमुख प्यारे ज्ञानी जी दस रहे सन। फिर कहते उन्होंने गिरफ्तारी भी हुई सी महापुरखों के पिता सरदार जोगिंदर सिंह जी की, तो अंबाले जेल विच रहे कुछ समा। एक संपूर्ण कथा कहते जेल विच कीती उन्होंने श्री गुरप्रताप सूरज ग्रंथ की कथा। कई साल लग जाते हैं मुढ़ तो लैके अखीर तीक भोग पाउंदे आ साध संगत। जो इस स्थान के उत्ते भी गुरुद्वारा श्री बेर साहिब जी विखे शाम को श्री गुरप्रताप सूरज ग्रंथ की कथा चल रही है। महाराज साहिब जी के स्थान से पिछले कई सालों तो चलती आ रही है, तो जो हुण संपूर्णता के नेड़े है। 10 दिनों के लगभग शाम की कथा का भोग संपूर्ण होगा साध संगत। ते लगातार बिना नागे तो कथा होंदी है इतिहास की, इतिहासक स्थानों से। फिर भी 3-4 साल लग जाते घट्टो घट 3-4 साल, कई बारी इदों भी वध समा लग जाता। ते उन्हां दे पिता जी का भी ऐसा उच्चा सुच्चा जीवन है, नाम रसीए बाणी दे नाल। ते फिर ये बचपन दीयां गल्लां महापुरखां दीयां अगले दिनां विच होर भी विचारां साझीआं करांगे कि कैसा उन्हां दे अंदर ये साध संगत जी गुरबाणी दी ये दृढ़ता सी, गुरबाणी नाल प्रेम सी। फिर जथे विच तां दमदमी टकसाल दे विच उन्हां ने जिथे गुरबाणी दी संथ्या कीती, श्री गुरु ग्रंथ साहिब महाराज जी दी संथ्या, श्री दसम महाराज जी की बाणी की संथ्या, भाई गुरदास साहिब जी दीयां वारां दी कबित सवैयां की संथ्या, श्री गुरु नानक प्रकाश, श्री गुरप्रताप सूरज ग्रंथ, भाई नंद लाल साहिब जी की बाणी, सारा गुरु घर का इतिहास, गुरु घर की संपूर्ण बाणी की संथ्या दमदमी टकसाल विच रह के कीती। ते नाम बाणी का मूल मंत्र ते गुरमंत्र का इन्ना अभ्यास किया कि जथे विच एक नाम के कई सिंह हुंदे हन। जिवें महापुरखों का नाम सी जरनैल सिंह, ते होर भी कई जरनैल सिंह सी टकसाल दे विच जथे विच। फिर वो पिंडां दे नां ते भी नां रख दिंदे महापुरख जां सिंह जिहड़े इसे तरह जथेदार हुंदे विच जां होर कोई नाम। ते इन्हां महापुरखों का नाम जथे विच अभ्यासी रखिया सी। अभ्यासी भाई जरनैल सिंह जी किहड़े कहंदे अभ्यासी। अभ्यासी तां कहंदे सी भी अभ्यास ही इन्ना करते सी मूल मंत्र गुरमंत्र दा ते बाणी दा। ऐसी गुरु की कृपा। ते जिस वेले पत्रकारां ने जां होर लोकां ने पुछया सी आप जी नूं कि संत जी लखां दी गिणती दे विच मिलटरी चढ़ के आ गई है, 4 चफेरियों अमृतसर साहिब नूं घेरा पा लिया है, दरबार साहिब नूं 4 चफेरियों घेरा पा लिया, ये पानी बंद कर दिता, पानी की सप्लाई, बिजली कट दी है, बिजली की सप्लाई बंद कर दी है, तुहानूं डर नहीं लगता? तो उन्हें जवाब पता की दिता सी पत्रकार ने, मंजी साहब भी कई बारी बोलदे आख्या सी, कहंदे जेड़ा गुरु दा सिख वा वो डरदा नहीं, कहंदे जेड़ा डरदा वा उहनूं मैं सिख नहीं मनदा। ये संतां दी ऐसे बचन सी। कहंदे जेड़ा सिख वा उहदे नेड़े डर नहीं आउंदा, ते जेड़ा डरदा वा वो सिख नहीं है। ऐसी दृढ़ता, ऐसी उच्ची अवस्था ये किवें प्राप्त होई? ये नाम के अभ्यास विचों, गुरबाणी के अभ्यास विचों। धन श्री गुरु नानक देव साहब महाराज कहंदे सिद्धो गुरमुखां नूं 18 सिद्धियां भी प्राप्त हो जांदियां ते सब प्रकार की उन्हां नूं बुद्धि, सब प्रकार की सियाणप, सारा ज्ञान भी उन्होंने प्राप्त हो जाता है। गुरमुख संसार भवजल तो तरदे क्योंकि उन्होंने सच सुधी, सच की उन्होंने सुध प्राप्त हो जाती है, सच की सोझी प्राप्त हो जाती है, वाहिगुरु जी की सोझी प्राप्त हो जाती है। सच की सोझी प्राप्त होने करके वो गुरमुख संसार भौजल तो तर जाते हैं। महाराज कहते गुरमुखां की ऐसी अवस्था है कि सार भला है ते की अपसर बुरा है, की चंगा है की माड़ा है, इस सारी विधि नूं गुरमुख जान लेंदे। गुरमुखां नूं सारी सोझी हुंदी है। पर संसार की ऐसी हालत है, मनमुख लोग
ਉਹ ਗੁਰਮੁਖਾਂ ਨੂੰ ਹਰ ਤਰੀਕੇ ਦੇ ਨਾਲ ਭੰਡਣ ਦਾ ਯਤਨ ਕਰਦੇ। ਸਾਧ ਸੰਗਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਵੀ ਕਿੰਨਾ ਕੂੜ ਪ੍ਰਚਾਰ ਕੀਤਾ ਗਿਆ ਤੇ ਕੀਤਾ ਜਾ ਵੀ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਖਾਲਸਾ ਪੰਥ ਦੇ ਵਿੱਚ ਉਹਨਾਂ ਨੂੰ ਨੀਵਾਂ ਵਿਖਾਇਆ ਜਾਵੇ। ਪਰ ਜਿਹੜਾ ਸੱਚ ਹੈ ਉਹ ਤਾਂ ਸੱਚ ਹੀ ਰਹਿੰਦਾ। ਸਾਧ ਸੰਗਤ ਜੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਨੇ ਆਖਰ ਨਿਖੁੱਟਣਾ ਹੈ, ਸੱਚ ਨੇ ਸੱਚ ਹੀ ਰਹਿਣਾ। ਮੁਲੰਮਾ ਮੁਲੰਮਾ ਹੀ ਹੁੰਦਾ ਹੈ ਤੇ ਸੋਨਾ ਸੋਨਾ ਹੀ ਹੁੰਦਾ ਹੈ। ਇਸ ਕਰਕੇ ਸੱਚ ਤਾਂ ਸੋਨੇ ਦੀ ਤਰ੍ਹਾਂ ਚਮਕਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਨਾਮ ਤੁਰਕਾਂ ਨੇ ਪਤਾ ਕੀ ਰੱਖਿਆ ਸੀ? ਇਤਿਹਾਸ ਵਿੱਚੋਂ ਪੜ੍ਹਦੇ ਹਾਂ, ਆ ਸ਼ਾਮ ਦੀ ਕਥਾ ਦੇ ਵਿੱਚ ਹੀ ਆਇਆ। ਜਿਸ ਵੇਲੇ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਹੋਇਆ ਸੀ, ਉਹਦੇ ਤੋਂ ਅਗਲੇ ਪਾਸੇ ਮਹਾਰਾਜ ਚਲੇ ਗਏ ਸਨ। ਖਦਰਾਣੇ ਦੀ ਢਾਬ ਤਾਂ ਸੁੱਕੀ ਸੀ, ਉਹਦੇ ਅੱਗੇ ਜਿੱਥੇ ਪਾਣੀ ਸੀ ਉੱਥੇ ਜਾ ਕੇ ਪੜਾ ਲਾਇਆ ਸੀ। ਉੱਥੇ ਢਾਬ ਦੇ ਪਰਲੇ ਪਾਸੇ ਇੱਕ ਜੋਗੀ ਰਹਿੰਦਾ ਸੀ। ਉਹਨੇ ਆਪਣੇ ਚੇਲਿਆਂ ਤੋਂ ਪੁੱਛਿਆ ਵੀ ਉਧਰਲੇ ਪਾਸਿਓਂ ਕਾਹਦੀ ਆਵਾਜ਼ ਆ ਰਹੀ ਆ? ਘੋੜੇ ਹਿਣਕ ਰਹੇ ਆ, ਆਵਾਜ਼ ਆ ਰਹੀ ਆ। ਤੇ ਉਹਦੇ ਚੇਲਿਆਂ ਨੇ ਆਖਿਆ ਜੀ ਢਾਬ ਦੇ ਪਾਰਲੇ ਪਾਸੇ ਮਰੇਲਾ ਗੁਰੂ ਆਇਆ। ਇਹ ਤੁਰਕਾਂ ਨੇ ਨਾਂ ਦਿੱਤਾ ਸੀ, ਦਸਮ ਪਾਤਸ਼ਾਹ ਮੁਗਲਾਂ ਨੇ, ਤੁਰਕਾਂ ਨੇ। ਉਹ ਈਰਖਾ ਕਰਦੇ ਸੀ ਮਹਾਰਾਜ ਸਾਹਿਬ ਤੇ ਫੌਜਾਂ ਚੜਾਉਂਦੇ ਰਹੇ ਅਨੰਦਪੁਰ ਸਾਹਿਬ। ਤੇ ਸਤਿਗੁਰੂ ਗਰੀਬ ਨਵਾਜ ਨੇ ਉਹਨਾਂ ਜ਼ਾਲਮਾਂ ਨੂੰ ਤੇਗ ਦੀ ਧਾਰ ਲੰਘਾਇਆ ਸੀ। ਜਬਰ ਜ਼ੁਲਮ ਦਾ ਮੁਕਾਬਲਾ ਵੀਰ ਰਸ ਨਾਲ ਕੀਤਾ। ਮਹਾਰਾਜ ਨੇ ਤੀਰ ਚਲਾਏ, ਸ਼ਸਤਰ ਚਲਾਏ, ਉਹ ਹਾਰ ਕੇ ਮੂੰਹ ਦੀ ਖਾ ਕੇ ਜਾਂਦੇ ਰਹੇ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਨਾਮ ਹੀ ਮਰੇਲਾ ਰੱਖ ਦਿੱਤਾ ਸੀ, ਮਾਰਨ ਵਾਲਾ ਗੁਰੂ। ਇਹ ਗੁਰੂ ਗੋਬਿੰਦ ਸਿੰਘ ਇਹ ਮਰੇਲਾ ਗੁਰੂ ਆ, ਕਹਿੰਦੇ ਮਾਰਦਾ ਵਾ ਬੜਾ ਏ। ਤੇ ਮਹਾਰਾਜ ਨੇ ਆਪਣੀ ਰਸਨਾ ਤੋਂ ਜਫਰਨਾਮੇ ਦੇ ਵਿੱਚ ਜੋ ਬਚਨ ਉਚਾਰਨ ਕੀਤੇ ਆਪਣੀ ਕਲਮ ਨਾਲ ਲਿਖੇ ਆ। ਮਹਾਰਾਜ ਕਹਿੰਦੇ ਅਸੀਂ ਚਾਅ ਨਾਲ ਨਹੀਂ ਹਥਿਆਰ ਚੁੱਕੇ, ਅਸੀਂ ਖੁਸ਼ੀ ਨਾਲ ਨਹੀਂ ਹਥਿਆਰ ਚੁੱਕੇ। ਸਤਿਗੁਰੂ ਕਹਿੰਦੇ ਸਾਡੀ ਮਜਬੂਰੀ ਬਣ ਗਈ ਹਥਿਆਰ ਚੁੱਕਣੇ। ਜਿਵੇਂ ਪੰਜਵੇਂ ਪਾਤਸ਼ਾਹ ਦਾ ਕੱਲ੍ਹ ਹੀ ਸ਼ਹੀਦੀ ਦਿਹਾੜਾ ਮਨਾਇਆ ਹੈ। ਜਿਹੜੇ 5 ਸਿੱਖਾਂ ਦੇ ਸਾਹਮਣੇ ਮਹਾਰਾਜ ਦੀ ਸ਼ਹੀਦੀ ਹੋਈ ਨਾ, ਬਾਬਾ ਬਿਧੀ ਚੰਦ, ਭਾਈ ਜੇਠਾ, ਭਾਈ ਪੈੜਾ, ਭਾਈ ਪ੍ਰਾਣਾ, ਭਾਈ ਲੰਗਾ, ਉਹਨਾਂ 5 ਸਿੱਖਾਂ ਨੂੰ ਵੀ ਮਹਾਰਾਜ ਨੇ ਉੱਥੋਂ ਸ਼ਹਾਦਤ ਤੋਂ ਪਹਿਲਾਂ ਆਖਿਆ ਸੀ ਵੀ ਹੁਣ ਸ਼ਾਂਤੀ ਜਿੰਨੀ ਹੋਣੀ ਸੀ ਉਹ ਹੋ ਚੁੱਕੀ ਹੈ। ਇਦੋਂ ਪਰੇ ਸ਼ਾਂਤੀ ਨਹੀਂ ਹੈ। ਹੁਣ ਇਦੋਂ ਵੱਡੀ ਸ਼ਾਂਤੀ ਹੋ ਸਕਦੀ? ਤੱਤੀ ਲੋਹ ਤੇ ਚੌਂਕੜਾ ਲਾਉਣਾ, ਸੀਸ ਵਿੱਚ ਤੱਤਾ ਰੇਤਾ ਪੈਣਾ, ਸਵਾ ਪਹਿਰ ਦੀ ਕੁੱਪਲ ਦੀ ਦੇਗ ਵਿੱਚ ਬੈਠਣਾ, 3 ਘੰਟੇ ਤੋਂ ਵੀ ਵੱਧ ਸਮਾਂ। ਕਹਿਣ ਲੱਗੇ ਹੁਣ ਸਾਡੇ ਸਾਹਿਬਜ਼ਾਦੇ ਨੂੰ ਤੁਸੀਂ ਜਾ ਕੇ ਸਾਡਾ ਇਹ ਉਪਦੇਸ਼, ਸਾਡਾ ਇਹ ਸਿੱਖਿਆ ਦੇਣੀ ਪਹਿਲਾਂ ਵੀ ਦੇ ਕੇ ਗਏ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਗਏ ਸੀ ਵੀ ਹੁਣ ਜ਼ਬਰ ਜ਼ੁਲਮ ਦਾ ਮੁਕਾਬਲਾ ਤੁਸੀਂ ਵੀਰ ਰਸ ਨਾਲ ਕਰਨਾ ਹੈ। ਤੁਸੀਂ ਆਪ ਵੀ ਸ਼ਸਤਰਧਾਰੀ ਹੋਣਾ ਤੇ ਆਪਣੇ ਸਿੰਘਾਂ ਨੂੰ ਵੀ ਸ਼ਸਤਰਧਾਰੀ ਕਰਨਾ। ਇਸੇ ਤਰ੍ਹਾਂ ਹੀ ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਫਿਰ 10ਮ ਪਾਤਸ਼ਾਹ ਨੇ ਹਥਿਆਰ ਚੁੱਕੇ, ਸ਼ਸਤਰ ਚੁੱਕੇ, ਪਰ ਕਿਸੇ ਤੇ ਚੜ੍ਹ ਕੇ ਨਹੀਂ ਗਏ। ਜਿਹੜੇ ਅਨੰਦਪੁਰ ਸਾਹਿਬ ਚੜ੍ਹ ਕੇ ਆਉਂਦੇ ਰਹੇ ਉਹਨਾਂ ਦਾ ਮੁਕਾਬਲਾ ਕੀਤਾ। ਨਾਲੇ ਆਪ ਤੁਰਕ ਚੜ੍ਹ ਕੇ ਆਉਂਦੇ ਰਹੇ, ਨਾਲੇ ਗੁਰੂ ਸਾਹਿਬ ਨੂੰ ਮਰੇਲਾ ਗੁਰੂ ਕਹਿੰਦੇ ਆ ਵੀ ਇਹ ਮਾਰਨ ਵਾਲਾ ਗੁਰੂ ਆ। ਮਹਾਰਾਜ ਕਹਿੰਦੇ ਅਸੀਂ ਕਿਸੇ ਨੂੰ ਘਰੇ ਜਾ ਕੇ ਥੋੜਾ ਮਾਰਦੇ ਆ। ਸਾਡਾ ਗੁਰੂ ਘਰ ਦਾ ਸਿਧਾਂਤ ਆ, ਨਾ ਕਿਸੇ ਤੇ ਵਾਅਦਾ ਕਰਨਾ, ਨਾ ਕਿਸੇ ਦਾ ਵਾਅਦਾ ਜਰਨਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਣ। ਤੇ ਮਨਮੁਖ ਸਾਖਤ ਲੋਕਾਂ ਨੇ 6ਵੇਂ ਪਾਤਸ਼ਾਹ ਦੇ ਬਾਰੇ ਵੀ ਬੁਰਾ ਆਖਿਆ, ਇਹਨਾਂ ਨੇ ਹਥਿਆਰ ਚੁੱਕ ਲਏ। 10ਮ ਪਾਤਸ਼ਾਹ ਦੇ ਬਾਰੇ ਵੀ ਬੁਰਾ ਆਖਿਆ, ਇਹਨਾਂ ਨੇ ਸ਼ਸਤਰ ਚੁੱਕ ਲਏ। ਇਸੇ ਤਰ੍ਹਾਂ ਕੌਮ ਦੇ ਜਰਨੈਲਾਂ ਦੇ, ਸਿੱਖਾਂ ਸੂਰਬੀਰਾਂ ਦੇ ਖਿਲਾਫ ਵੀ ਕੂੜ ਪ੍ਰਚਾਰ ਕੀਤਾ। ਸੰਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ, ਉਹਨਾਂ ਦੇ ਬਾਰੇ ਵੀ ਬੁਰਾ ਆਖਿਆ। ਸਾਧ ਸੰਗਤ, ਪਰ ਜਿਸ ਵੇਲੇ ਮਜਬੂਰੀ ਬਣ ਜਾਵੇ, ਜਿਸ ਵੇਲੇ ਹੋਰ ਕੋਈ ਹੀਲਾ ਹੀ ਨਾ ਚੱਲੇ, ਤੇ ਫਿਰ ਮਹਾਰਾਜ ਕਹਿੰਦੇ ਆ ਵੀ ਸ਼ਸਤਰ ਚੁੱਕਣੇ ਜਾਇਜ਼ ਆ, ਫਿਰ ਚੁੱਕਣੇ ਪੈਂਦੇ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਗੁਰਮੁਖਾਂ ਨੂੰ ਸਾਰੀ ਸੋਝੀ ਹੁੰਦੀ ਹੈ ਕਿ ਭਲਾ ਕੀ ਹੈ, ਬੁਰਾ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਸਾਰੀਆਂ ਵਿਧੀਆਂ ਗੁਰਮੁਖ ਜਾਣਦੇ ਹਨ। ਗੁਰਮੁਖ ਪਰਵਿਰਤੀ ਨੂੰ ਵੀ ਪਛਾਣਦੇ ਆ ਤੇ ਨਿਰਵਿਰਤੀ ਨੂੰ ਵੀ ਪਛਾਣਦੇ। ਸੋ ਇਹਨਾਂ ਦੋਹਾਂ ਪੱਖਾਂ ਨੂੰ
ਪਦਾਰਥਾਂ ਦੇ ਵਿੱਚ ਕਿਵੇਂ ਰਹਿਣਾ, ਪਦਾਰਥਾਂ ਦਾ ਤਿਆਗ ਕਿਵੇਂ ਕਰਨਾ, ਸੰਸਾਰ ਪਰਿਵਾਰ ਵਿੱਚ ਰਹਿਣਾ ਕਿਵੇਂ, ਇਹਦੇ ਵਿੱਚ ਰਹਿ ਕਰਕੇ, ਪ੍ਰਵਿਰਤੀ ਵਿੱਚ ਰਹਿ ਕਰਕੇ ਕਿਵੇਂ ਤਿਆਗੀ ਬਣਨਾ, ਇਹਨਾਂ ਦੋਨਾਂ ਨੂੰ ਜਾਣਦੇ ਹਨ ਗੁਰਮੁਖ। ਗੁਰਮੁਖ ਤਾਰੇ ਪਾਰ ਉਤਾਰੇ। ਗੁਰਮੁਖ ਆਪ ਵੀ ਤਰਦੇ ਆ ਸੰਸਾਰ ਸਮੁੰਦਰ ਤੋਂ, ਤੇ ਦੂਸਰਿਆਂ ਨੂੰ ਵੀ ਜਹਾਜ਼ ਨਿਆਈ ਬਣ ਕਰਕੇ ਪਾਰ ਉਤਾਰ ਕਰਦੇ ਗਿਆਨ ਦੇ ਬੇੜੇ ਤੇ ਚਾੜ ਕੇ। ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਗੁਰਮੁਖ ਆਪ ਵੀ ਸ਼ਬਦ ਨਾਲ ਜੁੜਦੇ ਆ ਤੇ ਸੰਸਾਰ ਦੇ ਜੀਵਾਂ ਨੂੰ ਵੀ ਸ਼ਬਦ ਨਾਲ ਜੋੜ ਕਰਕੇ ਸੰਸਾਰ ਪਰਪੰਚ ਤੋਂ ਪਾਰ ਉਤਾਰਾ ਕਰਦੇ ਹਨ। 31ਵੀਂ ਪੌੜੀ ਵਿੱਚ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਹਾਂ ਔਰ ਸਮੇਂ ਦੇ ਹਾਲਾਤਾਂ ਦੇ ਬਾਰੇ ਬੇਨਤੀ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਗੁਰਮੁਖ ਤਾਰੇ ਪਾਰ ਉਤਾਰੇ। ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।